ਅਸੀਂ ਭੁਲਾ ਦਿੰਦੇ ਆ, ਬੰਦੀ ਛੋੜ ਆ ਗਿਆ, ਹਰ ਸਾਲ ਮਨਾ ਲਿਆ, ਦੀਵਾਲੀਆਂ ਮਨਾ ਲਈਆਂ। ਪਰ ਜਿਹੜੇ ਬੇਦੋਸ਼ ਇਨੋਸੈਂਟ ਬੰਦੇ ਜੇਲ੍ਹਾਂ 'ਚ ਆ, ਸਿੱਖ ਆ, ਬੰਦੀ ਸਿੰਘ ਆ, ਜਿਨ੍ਹਾਂ ਦੇ ਬਿਲਕੁਲ ਕੇਸ ਹੈ ਹੀ ਨਹੀਂ, ਜਾਂ ਜਿਨ੍ਹਾਂ ਦੀਆਂ ਕਿ ਡੇਟਸ ਜਿਹੜੀਆਂ ਓਵਰ ਲੰਘ ਚੁੱਕੀਆਂ ਆ, ਉਮਰਾਂ ਭਰ ਦੀਆਂ ਹਾਂਜੀ ਜਿਹੜੀਆਂ ਕੈਦਾਂ ਤੋਂ ਵੀ ਉੱਪਰ ਹੋ ਚੁੱਕੇ ਆ, ਤੇ ਉਹਨਾਂ ਨੂੰ ਤਾਂ ਘੱਟੋ ਘੱਟ ਰਿਹਾ ਕੀਤਾ ਜਾਵੇ। ਇੱਕ ਬੱਚੀ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕੜਾ ਉਤਾਰੋ, ਅਦਰਵਾਈਜ਼ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕਦੇ, ਤਾਂ ਜਿਸ ਦੇ ਨਾਲ ਹੰਗਾਮਾ ਹੋ ਗਿਆ। ਤਾਂ ਉਹਨਾਂ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਅਸੀਂ ਕੜਾ ਨਹੀਂ ਉਤਾਰਾਂਗੇ, ਪੇਪਰ ਭਾਵੇਂ ਸਾਡਾ ਰੱਦ ਹੋ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਹੀ ਜਦੋਂ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ ਹੋਏਗੀ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਕਿਸ ਤਰੀਕੇ ਦਾ ਸੰਘਰਸ਼ ਹੈ ਜਿਹੜਾ ਉਹ ਵਿੱਢ ਸਕਦੇ ਹਾਂ। ਦੇਖੋ, ਇਹ ਟੋਟਲੀ ਡਿਸਕ੍ਰਿਮੀਨੇਸ਼ਨ ਹੀ ਆ, ਕਿਉਂਕਿ ਤੁਹਾਡੇ ਇੱਥੇ ਇੰਡੀਆ ਦੇ ਵਿੱਚ ਹਾਲੇ ਤੱਕ ਇਹ ਜਾਤ ਪਾਤ ਦਾ ਫਰਕ, ਧਰਮਾਂ ਦਾ ਫਰਕ, ਜੇ ਕੜਾ ਪਾ ਲਿਆ ਤਾਂ ਉਹਨਾਂ ਨੂੰ ਬਿਲਕੁਲ ਟਾਰਗੇਟ ਕਰਨਾ, ਘੱਟ ਗਿਣਤੀਆਂ ਨੂੰ ਟਾਰਗੇਟ ਕਰਨਾ, ਟੋਟਲੀ ਹਾਲੇ ਵੀ ਡਿਸਕ੍ਰਿਮੀਨੇਸ਼ਨ ਆ। ਜਦੋਂ ਵੀ ਆਪਾਂ ਗੱਲ ਕਰਦੇ ਅਸੀਂ ਕਰਕੇ ਕਹਿੰਦੇ ਹਾਂ ਵੀ ਇਹ ਡਿਕਟੇਟਰਸ਼ਿਪ ਹੀ ਹੈ ਕਿਸਮ ਦੀ। ਕਿਉਂ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਜਾਂ ਇੱਦਾਂ ਦਾ ਪੱਖਪਾਤ ਕਰਦੇ ਆ, ਜਦ ਕਿ ਦੁਨੀਆ ਦੇ ਉੱਤੇ ਇਹ ਗੱਲ ਬਿਲਕੁਲ ਹੈ ਨਹੀਂ। ਇਹ ਕੁਆਲਿਟੀਜ਼ ਆਈਆਂ ਦੇਖੀ ਜਾਂਦੀਆਂ ਵੀ ਉਹਨਾਂ ਨੂੰ ਆਰਮੀ ਦੇ ਵਿੱਚ ਮੋਹਰੇ ਚੰਗੇ ਚੰਗੇ ਅਹੁਦਿਆਂ ਦੇ ਵਿੱਚ, ਏਅਰਫੋਰਸ ਦੇ ਵਿੱਚ ਵੀ ਸਾਰੇ ਕਿਤੇ ਤੁਸੀਂ ਦੇਖ ਸਕਦੇ ਆ ਕਿ 5 ਕਾਈ ਧਾਰੀ ਪੱਗੀਆਂ ਸਮੇਤ ਉਹ ਜਵਾਨ ਨੂੰ ਉਹਨਾਂ ਨੂੰ ਪ੍ਰੈਕਸ਼ਨ ਦਿੱਤੀ ਹੈ। ਅੱਜ ਤੱਕ ਦੀ ਹਿਸਟਰੀ ਦੇ ਵਿੱਚ ਹਜ਼ਾਰਾਂ ਹੀ ਘਰਾਂ ਦੀ ਬਿਜਲੀ ਬੰਦ ਰਹੀ, ਤੇ ਕਾਫੀ ਲੋਕ ਘਰਾਂ ਤੋਂ ਬਾਹਰ ਜਿਹੜੇ ਗਵਰਨਮੈਂਟ ਦੇ ਕੈਂਪ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ। ਹਾਲੇ ਵੀ ਵਾਰਨਿੰਗ ਰਿਮੇਨਸ ਹੈਗੀ ਆ। ਮਹਿੰਗਾਈ ਦਾ ਤਾਂ ਦੁਨੀਆ ਭਰ ਤੇ ਬੜਾ ਅਸਰ ਆ, ਇਨਫਲੇਸ਼ਨ ਵੱਧ ਰਹੀ ਆ, ਰਸ਼ੀਆ ਦੀ ਲੜਾਈ ਹੋਣ ਕਰਕੇ ਵੀ ਤੇ ਪੈਂਡੈਮਿਕ ਕਰਕੇ ਵੀ। ਇੱਕ ਬੜੀ ਸ਼ੌਕਿੰਗ ਨਿਊਜ਼ ਆ, ਬਹੁਤ ਜ਼ਿਆਦਾ ਸ਼ਾਰਟ ਹੈਗੀ ਆ ਸਕਿੱਲ, ਬਹੁਤ ਜ਼ਿਆਦਾ ਹੀ। ਤੇ ਪਹਿਲਾਂ ਆਪਾਂ 2 ਲੱਖ ਦੱਸਿਆ ਸੀਗਾ, ਉਹ 2,18,000 ਸੀ, ਹੁਣ ਉਹਨਾਂ ਨੇ ਕਿਹਾ ਵੀ 3,09,000 ਬੰਦਿਆਂ ਦੀ ਇਮੀਡੀਏਟਲੀ ਪ੍ਰਾਇਓਰਟੀ ਲੋੜ ਆ। ਜਿਹੜਾ ਕੋਰਸ ਕਰੂਗਾ ਹੈ ਕਿ 3 ਸਾਲ ਉਹਨਾਂ ਨੂੰ ਹੋਰ ਵਰਕ ਪਰਮਿਟ ਦੇ ਦਿੱਤਾ ਜਾਊਗਾ। ਇਹ ਬਹੁਤ ਚੰਗੀ ਗੱਲ ਹੋਈ ਆ। ਇਹ ਕੈਨੇਡਾ ਦੇ ਵੱਲੋਂ ਇਸੇ ਕਰਕੇ ਜਾਂਦੇ ਹੁੰਦੇ ਸੀ ਵੀ ਇੱਥੇ ਪੀਆਰ ਨਹੀਂ ਦਿੰਦੇ ਸੀ। ਆਕੂਪੇਸ਼ਨ ਤੁਹਾਨੂੰ ਮਿਲ ਜਾਣਗੇ, ਜਿੱਥੇ ਤੁਹਾਡਾ ਸੂਟ ਲੱਗਦਾ, ਜਿੱਥੇ ਤੁਹਾਡਾ ਦਾ ਲੱਗਦਾ, ਐਕਸਪੀਰੀਅੰਸ ਹੈਗਾ, ਅਪਲਾਈ ਕਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ। ਇਹ ਉਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ ਤੇ ਕਰਦੇ ਹਾਂ ਤੁਹਾਡੇ ਨਾਲ ਉੱਥੋਂ ਦੀਆਂ ਖਬਰਾਂ ਸਾਂਝੀਆਂ ਕਿ ਆਖਿਰਕਾਰ ਆਸਟ੍ਰੇਲੀਆ ਦੇ ਕਿਹੜੀ ਜਗ੍ਹਾ ਦੇ ਵਿੱਚ ਕੀ ਕੁਝ ਖਾਸ ਚੱਲ ਰਿਹਾ ਹੈ। ਤੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਅਹਿਮ ਮਸਲਿਆਂ ਤੇ ਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਦੇ 7 ਸਮੁੰਦਰ ਪਾਰ ਬੈਠੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਕੀ ਸੋਚਦੇ ਨੇ, ਕੀ ਕਹਿਣਾ ਚਾਹੁੰਦੇ ਨੇ ਜਾਂ ਫਿਰ ਕੀ ਕਰਨਾ ਚਾਹੁੰਦੇ ਨੇ। ਸੋ ਇਹਨਾਂ ਸਾਰੀਆਂ ਹੀ ਖਬਰਾਂ ਤੇ ਸਾਡੇ ਨਾਲ ਆਸਟ੍ਰੇਲੀਆ ਤੋਂ ਬਣਦੇ ਨੇ ਕਰਨੈਲ ਸਿੰਘ ਜੀ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਕਰਨੈਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਰਨੈਲ ਸਿੰਘ ਜੀ, ਫਿਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਿਛਲੇ ਹਫ਼ਤੇ ਦੇ ਦੌਰਾਨ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਮੌਸਮ ਫਿਰ ਕੀ ਕਹਿੰਦਾ ਆਸਟ੍ਰੇਲੀਆ ਦਾ? ਮੌਸਮ ਬਿਲਕੁਲ ਖਰਾਬ ਰਿਹਾ ਜੀ। ਬਹੁਤ ਜ਼ਿਆਦਾ ਫਲੱਡ ਆਏ ਵਿਕਟੋਰੀਆ ਸਟੇਟ ਦੇ ਵਿੱਚ, ਤਾਂ ਬਹੁਤ ਜ਼ਿਆਦਾ ਹੀ ਆ। ਅੱਜ ਤੱਕ ਦੀ ਹਿਸਟਰੀ ਦੇ ਵਿੱਚ ਹਜ਼ਾਰਾਂ ਹੀ ਘਰਾਂ ਦੀ ਬਿਜਲੀ ਬੰਦ ਰਹੀ, ਤੇ ਕਾਫੀ ਲੋਕ ਘਰਾਂ ਤੋਂ ਬਾਹਰ ਜਿਹੜੇ ਗਵਰਨਮੈਂਟ ਦੇ ਕੈਂਪ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ। ਹਾਲੇ ਵੀ ਵਾਰਨਿੰਗ ਰਿਮੇਨਸ ਹੈਗੀ ਆ। ਫਲੱਡ ਉਸੇ ਤਰ੍ਹਾਂ ਹਾਲੇ ਵੀ ਉਸੇ ਤਰਜ਼ ਤੇ ਪਾਣੀ ਦਰਿਆਵਾਂ ਦਾ ਹਾਲੇ ਵੀ ਵੱਧ ਰਿਹਾ ਆ। ਪਰ ਪਿਛਲੇ 2 ਦਿਨ ਤਾਂ ਬਹੁਤ ਜ਼ਿਆਦਾ ਹੀ ਮਾਰ ਕੀਤੀ ਫਸਲਾਂ ਦੀ ਵੀ, ਤੇ ਜਿਹੜੀਆਂ ਫਸਲਾਂ ਬੀਜਣੀਆਂ ਸੀ ਕਿਸਾਨਾਂ ਨੇ ਉਹ ਵੀ ਨਹੀਂ ਬੀਜ ਸਕਦੇ, ਤੇ ਪਹਿਲੀਆਂ ਖਰਾਬ ਹੋ ਗਈਆਂ, ਤੇ ਘਰ-ਬਾਰ ਲੋਕਾਂ ਨੂੰ ਘਰੋਂ ਬਾਹਰ ਹੋਣਾ ਪਿਆ। ਤੇ ਗਵਰਨਮੈਂਟ ਨੇ ਉਹਨਾਂ ਨੂੰ ਇਕਨੋਮਿਕਲੀ ਸਟੇਟ ਵੇ ਏਡ ਦੇਣ ਦਾ ਵਾਅਦਾ ਕੀਤਾ। ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ। ਵੈਸੇ ਸਾਰਿਆਂ ਨੂੰ ਪਤਾ ਹੀ ਹੈ ਕਿ ਨਾਨਕ ਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੀਵਾਲ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ। ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਨੇ
ਉਹਨਾਂ ਸਭ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਾਨਤਾ ਹੈ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹੁੰਦੇ ਨੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਦਿਲ ਦੇ ਨਾਲ ਉਹਨਾਂ ਦੇ ਨਾਲ ਸਾਂਝ ਹੈ। ਸੋ ਉਹਨਾਂ ਦਾ ਅਕਾਲ ਚਲਾਣਾ, ਕਰ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘੱਟ ਹੈ, ਕਿਉਂਕਿ ਐਸੀ ਸ਼ਖਸੀਅਤ ਤੋਂ ਬਹੁਤ ਕੁਝ ਹੈ ਜਿਹੜਾ ਸਿੱਖਣ ਨੂੰ ਮਿਲਦਾ। ਉਹਨਾਂ ਦੀਆਂ ਬਹੁਤ ਸਾਰੀਆਂ ਦੇਣ ਹੈ ਸਾਡੇ ਸਮਾਜ ਨੂੰ, ਖਾਸ ਕਰਕੇ ਸਾਡੀ ਸਿੱਖ ਕਮਿਊਨਿਟੀ ਨੂੰ। ਸੋ ਪੰਜਾਬ 'ਚ ਨਹੀਂ, ਭਾਰਤ 'ਚ ਹੀ ਨਹੀਂ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਹੈ ਜੋ ਦਿੱਤੀ ਜਾ ਰਹੀ ਹੈ। ਸੋ ਆਸਟ੍ਰੇਲੀਆ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਕਰਨੈਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ, ਸਾਡੀ ਕੌਮ ਦੇ ਉੱਘੇ ਸਕਾਲਰ ਅਤੇ ਗਲੋਬਲ ਪੱਧਰ ਤੇ ਮੰਨੇ ਪ੍ਰਮੰਨੇ ਕੈਲੰਡਰ ਸਾਇੰਸ ਦੇ ਮਾਹਰ ਹੋਏ ਆ ਸਰਪਾਲ ਸਿੰਘ ਪੁਰੇਵਾਲ, ਜੋ ਕਿ ਬੀਤੇ ਦਿਨਾਂ 'ਚ ਅਕਾਲ ਚਲਾਣਾ ਕਰ ਗਏ ਤੇ ਨਾਨਕਸ਼ਾਹੀ ਕੈਲੰਡਰ ਦੇ ਉਹ ਨਿਰਮਾਤਾ ਵੀ ਰਹੇ। ਤੇ ਉਹਨਾਂ ਦੇ ਅਕਾਲ ਚਲਾਣੇ ਤੇ ਆਸਟ੍ਰੇਲੀਆ ਦੀਆਂ ਸਮੂਹ ਸੰਗਤਾਂ ਨੇ ਗਹਿਰਾ ਸ਼ੋਕ ਪ੍ਰਗਟ ਕੀਤਾ ਤੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਲਿਖੇ ਗਏ। ਐਡਲੇਡ ਦੇ ਵਿੱਚ ਵੀ ਏਦਾਂ ਹੀ, ਮੈਲਬਨ ਵੀ, ਤੇ ਇੱਥੋਂ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਨੇ ਸਿੱਖ ਕੌਮ ਦੀ ਵਿਲੱਖਣਤਾ ਤੇ ਪ੍ਰਤੀਕ ਵਜੋਂ ਨਾਨਕਸ਼ਾਹੀ ਕੈਲੰਡਰ ਪੰਥ ਦੀ ਝੋਲੀ ਪਾਉਣ ਦੀ ਖਾਤਰ ਉਹਨਾਂ ਆਪਣਾ ਜੀਵਨ ਲਗਾਤਾ ਤੇ ਉਹਨਾਂ ਵੱਲੋਂ ਪੰਥ ਪ੍ਰਤੀ ਕੀਤੀ ਸੇਵਾ ਲਈ ਉਹਨਾਂ ਨੂੰ ਯਾਦ ਕਰਦਿਆਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਵਾਹਿਗੁਰੂ ਅੱਗੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਸਾਰੀ ਹੀ ਸਿੱਖ ਕੌਮ ਨੂੰ ਇਹ ਇਕੱਠੇ ਹੋ ਕੇ ਉਸ ਕੈਲੰਡਰ ਦੇ ਉੱਤੇ ਆਪਣੀ ਵਿਲੱਖਣਤਾ ਦੇ ਲਿਬਾਸ ਤੇ ਪਹਿਰਾ ਦੇਣ ਦਾ ਹੋਕਾ ਵੀ ਦਿੱਤਾ। ਜੀ ਜੀ ਜੀ, ਬਿਲਕੁਲ ਜੀ। ਇਸ ਦੇ ਨਾਲ ਹੀ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। 2 ਸਾਲ ਕਿਸ ਤਰੀਕੇ ਦੇ ਨਾਲ ਲੰਘੇ ਸਭ ਕੁਝ ਜਗ ਜ਼ਾਹਿਰ ਹੈ, ਕਿਉਂਕਿ ਕਰੋਨਾ ਕਾਲ ਨੇ ਸਭ ਕੁਝ ਨਸ਼ਟ ਕਰ ਦਿੱਤਾ। ਲੋਕਾਂ ਦੇ ਤਿਉਹਾਰ ਨਹੀਂ ਮਨਾਏ ਗਏ, ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਬੰਦ ਸਨ ਲੋਕ, ਪਰਿਵਾਰ ਦੇ ਨਾਲ ਹੀ ਥੋੜ੍ਹਾ ਬਹੁਤ ਸਭ ਕੁਝ ਸਾਂਝਾ ਕਰ ਰਹੇ ਸਨ। ਪਰ ਉੱਚ ਪੱਧਰ 'ਤੇ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਸ਼ਾਪਿੰਗ ਦਾ ਸ਼ੌਕ ਹੈ ਜਾਂ ਜਿਨ੍ਹਾਂ ਦੇ ਕਾਰੋਬਾਰ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ, ਦੁਕਾਨਾਂ ਦੇ ਵਿੱਚ ਚਹਿਲ ਪਹਿਲ, ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ, ਕਿਤੇ ਕੁਝ ਨਹੀਂ ਮਿਲੀ। ਸਾਰੇ ਮਾਲ, ਸਾਰੇ ਰੈਸਟੋਰੈਂਟ, ਸਾਰੀਆਂ ਦੁਕਾਨਾਂ, ਸਭ ਕੁਝ ਬੰਦ ਰਿਹਾ। ਤਾਂ ਹੁਣ ਲੱਗਦਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਚਹਿਲ ਪਹਿਲ ਦੀਵਾਲੀ ਦੇ ਮੌਕੇ ਤੇ ਵੱਧ ਵੇਖਣ ਨੂੰ ਮਿਲੇਗੀ। ਤਾਂ ਜੇ ਪਹਿਲਾਂ ਆਪਾਂ ਗੱਲ ਕਾਰੋਬਾਰ ਦੀ ਕਰ ਲਈ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਕਾਰੋਬਾਰ ਦੀਵਾਲੀ ਦੇ ਮੌਕੇ ਤੇ ਵਧੀਆ ਰਹੇਗਾ? ਬਿਲਕੁਲ ਜੀ, ਦੇਖਿਆ ਜਾਵੇ ਤਾਂ ਮਹਿੰਗਾਈ ਦਾ ਤਾਂ ਦੁਨੀਆ ਭਰ ਤੇ ਬੜਾ ਅਸਰ ਆ। ਇਨਫਲੇਸ਼ਨ ਵੱਧ ਰਹੀ ਆ, ਰਸ਼ੀਆ ਦੀ ਲੜਾਈ ਹੋਣ ਕਰਕੇ ਵੀ ਤੇ ਪੈਂਡੈਮਿਕ ਕਰਕੇ ਵੀ। ਪਰ ਫਿਰ ਵੀ ਆਪਾਂ ਅਰਦਾਸ ਇਹੀ ਕਰਦੇ ਹਾਂ ਕਿ ਦੀਵਾਲੀ ਹੁਣ ਕੱਲੀ ਇੰਡੀਆ ਦੇ ਵਿੱਚ ਨਹੀਂ, ਵਿਦੇਸ਼ਾਂ ਦੇ ਵਿੱਚ, ਹਰੇਕ ਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਵੱਸਦੇ ਆ ਪੰਜਾਬੀ ਵੀ, ਇੰਡੀਅਨ ਵੀ, ਉਹ ਮਨਾਈ ਜਾਂਦੀ ਆ। ਈਵਨ ਗੋਰਿਆਂ ਨੂੰ ਵੀ ਪਤਾ ਲੱਗ ਚੁੱਕਾ ਨਵਦੀਪ। ਤੇ ਉਹਦੇ ਨਾਲ ਹੀ ਸਾਡਾ ਬੰਦੀ ਛੋੜ ਦਿਵਸ ਵੀ ਹੁੰਦਾ, ਜਦੋਂ ਸਾਹਿਬ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਸੀ। ਜਹਾਂਗੀਰ ਨੇ ਉਹਨਾਂ ਨੂੰ ਜੇਲ੍ਹ 'ਚ ਦਿੱਤਾ ਹੋਇਆ ਸੀਗਾ, ਤਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਜਾਣਾ ਆ ਵੀ ਜੇ ਨਾਲ ਦੇ 52 ਜਿਹੜੇ ਹਿੰਦੂ ਰਾਜੇ ਆ ਜੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਦੇਖੋ, ਇਹਨਾਂ ਨੂੰ ਰਿਮੈਂਬਰੈਂਸ ਡੇ ਦੇ ਵਜੋਂ ਵੀ ਸਾਨੂੰ ਜਾਣਨਾ ਚਾਹੀਦਾ ਆ। ਸਿੱਖ ਕੌਮ ਨੂੰ ਵੀ, ਸਾਰਿਆਂ ਨੂੰ, ਇੰਡੀਅਨ ਸੱਭਿਅਤਾ ਨੂੰ ਵੀ, ਭਾਰਤੀ ਸੱਭਿਅਤਾ ਨੂੰ ਵੀ ਇਹ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਇਹਨਾਂ ਦਿਨਾਂ ਦੇ ਉੱਤੇ। ਅਸੀਂ ਭੁਲਾ ਦਿੰਦੇ ਆ, ਬੰਦੀ ਛੋੜ ਆ ਗਿਆ, ਹਰ ਸਾਲ ਮਨਾ ਲਿਆ, ਦੀਵਾਲੀਆਂ ਮਨਾ ਲਈਆਂ, ਪਰ ਜਿਹੜੇ ਬੇਦੋਸ਼ ਇਨੋਸੈਂਟ ਬੰਦੇ ਜੇਲ੍ਹਾਂ 'ਚ ਆ, ਸਿੱਖ ਆ, ਬੰਦੀ ਸਿੰਘ ਆ, ਉਹਨਾਂ ਦੀ ਰਿਹਾਈ ਦਾ ਅਸੀਂ ਆਸ ਕਰਦੇ ਹਾਂ। ਆਸਟ੍ਰੇਲੀਆ ਦੀਆਂ ਸੰਗਤਾਂ ਨੇ ਵੀ, ਹੋਰ ਸਾਰੇ ਬਾਹਰ ਵੀ ਲੋਕਾਂ ਦੇ ਨਾਲ ਗੱਲਬਾਤ ਤੋਂ ਪਤਾ ਲੱਗਾ, ਜਿੰਨਾ ਆਪਾਂ ਦੇਖ ਵੀ ਰਹੇ ਹਾਂ ਕਿ ਇਹ ਸਾਰੇ ਕਿਤੇ ਹੀ ਇਹ ਰੋਸ ਪ੍ਰਗਟ ਵੀ ਕੀਤੇ ਜਾ ਰਹੇ ਆ ਵੀ ਮਨੁੱਖੀ ਹੱਕਾਂ ਦੇ ਪਹਿਰੇਦਾਰ ਗੁਰੂ ਹਰਗੋਬਿੰਦ ਸਾਹਿਬ ਤੇ ਹਿਊਮਨ ਰਾਈਟਸ ਦੇ ਵੀ, ਆਪਾਂ ਕਹਿ ਸਕਦੇ ਜਿਹੜਾ ਹੀ ਰਿਮਾਈਂਡਰਸ ਆਫ ਦੀ ਫਰੀडम ਦੇ ਵੀ, ਸਿੱਖ ਫਰੀडम ਦੇ ਵੀ, ਰਿਲੀਜੀਅਸ ਫਰੀडम ਦੇ ਵੀ, ਉਸ ਟਾਈਮ ਦੇ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਆਸ ਕਰਦੇ ਹਾਂ ਕਿ ਗੌਰਮੈਂਟ ਇੱਧਰ ਧਿਆਨ ਦਊਗੀ। ਉਹਨਾਂ ਜਿਨ੍ਹਾਂ ਦੇ ਬਿਲਕੁਲ ਕੇਸ ਹੈ ਹੀ ਨਹੀਂ, ਜਾਂ ਜਿਨ੍ਹਾਂ ਦੀਆਂ ਕਿ ਡੇਟਸ ਜਿਹੜੀਆਂ ਓਵਰ ਲੰਘ ਚੁੱਕੀਆਂ ਆ, ਉਮਰਾਂ ਭਰ ਦੀਆਂ ਵੀ, ਹਾਂਜੀ, ਜਿਹੜੀਆਂ ਕੈਦਾਂ ਤੋਂ ਵੀ ਉੱਪਰ ਹੋ ਚੁੱਕੇ ਆ, ਤੇ ਉਹਨਾਂ ਨੂੰ ਤਾਂ ਘੱਟੋ ਘੱਟ ਰਿਹਾ ਕੀਤਾ ਜਾਵੇ। ਸੋ ਆਸ ਕਰਦੇ ਹਾਂ ਜੇ ਇਦਾਂ ਹੋ ਜਾਵੇ ਤਾਂ ਬਹੁਤ ਹੀ ਖੁਸ਼ੀ ਦਾ ਦੁਨੀਆ ਭਰ ਤੇ ਮਨਾਇਆ ਜਾਊਗਾ ਕਿ ਜਿੱਦਾਂ ਕਿਸਾਨੀ ਮੋਰਚੇ ਦੀ ਜਿੱਤ ਹੋਈ ਸੀ, ਇਦਾਂ ਦਾ ਇੱਕ ਨਾਲ ਹੀ ਲੜੀ ਜੁੜੀ ਜਾਊਗੀ। ਅਰਦਾਸ ਇਹੀ ਕਰਦੇ ਹਾਂ ਕਿ ਸਾਰੇ ਜਣੇ ਵੱਧ ਚੜ ਕੇ ਇਹ ਦਿਨ ਮਨਾਉਣ। ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗੁਰਦੁਆਰਾ ਗਲੈਨਵੁੱਡ ਵੱਲੋਂ ਵੀ ਤੇ ਹੋਰ ਸਾਰੇ ਗੁਰਦੁਆਰਿਆਂ ਵੱਲੋਂ ਵੀ ਉਸ ਦਿਨ ਲਈ ਵੱਡੇ ਪੱਧਰ ਦੇ ਉੱਤੇ ਇੰਤਜ਼ਾਮ ਕੀਤੇ ਜਾਂਦੇ ਆ। ਆਪਾਂ ਨਵਦੀਪ ਦੱਸਦੀ ਆ ਸਾਰਿਆਂ ਨੂੰ ਵੀ ਇਹ ਗਲੈਨਵੁੱਡ ਗੁਰਦੁਆਰੇ ਦੇ ਵਿੱਚ ਉਸ ਦਿਨ 30 ਤੋਂ 40 ਹਜ਼ਾਰ ਦੀ ਸੰਗਤ ਆਉਂਦੀ, ਜ਼ਿਆਦਾ ਹੀ। ਮੋਟਰਵੇ ਵੀ ਬਲੌਕ ਹੋ ਜਾਂਦੇ ਵਜੋਂ। ਸੋ ਉਸ ਕਰਕੇ ਸਾਡੇ ਉੱਥੇ ਦੇ ਮੀਡੀਆ ਡਾਇਰੈਕਟਰ ਭੈਣ ਜੀ ਸੁਰਿੰਦਰ ਕੌਰ ਜੀ ਨਾਲ ਗੱਲ ਹੋਈ, ਉੱਪਰ ਦੱਸਣਗੇ ਤੁਹਾਨੂੰ ਪਾਰਕਿੰਗ ਵਾਸਤੇ ਵੀ ਹੋਰ ਅਰੇਂਜਮੈਂਟ ਉਹ ਕਰ ਰਹੇ ਆ। ਜਦੋਂ ਵੀ ਐਸ ਨੂੰ ਸਾਡੇ ਕੋਲ ਆਉਂਦੇ ਆ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ।
ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਸਮਾਗਮ ਹੁੰਦੇ ਰਹਿੰਦੇ ਨੇ ਤਾਂ ਦੂਰ ਦੁਰਾਡੇ ਤੋਂ ਸੰਗਤ ਚੱਲ ਕੇ ਆਉਂਦੀ ਹੈ, ਤਾਂ ਉੱਥੇ ਤਾਂ ਬਿਲਕੁਲ ਪੰਜਾਬ ਵਰਗਾ ਮਾਹੌਲ ਹੀ ਲੱਗਦਾ ਹੋਏਗਾ। ਬਿਲਕੁਲ ਜੀ, ਬਿਲਕੁਲ। ਪਹਿਲਾਂ ਸਾਰਾ ਦਿਨ ਹੀ ਸ਼ੁਰੂ ਹੋ ਜਾਂਦਾ ਐਕਚੁਅਲੀ, ਹੂੰ, 2 ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ। ਔਰ ਵਧੀਆ ਗੱਲ ਇਹ ਹੁੰਦੀ ਵੀ ਸਾਰੀਆਂ ਕਮਿਊਨਿਟੀਜ਼ ਫੇਜੀਅਨ ਵੀ ਕੋਈ ਫਰਕ ਹੀ ਨਹੀਂ ਕੋਈ ਧਰਮਾਂ ਦਾ ਹੁੰਦਾ। ਸਵੇਰ ਤੋਂ ਲਾਈਨਾਂ ਲੈ ਕੇ ਰਾਤ ਤੱਕ ਲਾਈਨਾਂ, ਮਤਲਬ 10 ਕੁ ਲਾਈਨਾਂ ਮੱਥਾ ਟੇਕਣ ਦੀਆਂ ਲੱਗਦੀਆਂ, ਤੇ ਲੰਗਰ ਦੇ ਵਿੱਚ ਵਾਰੀ ਆਉਣ ਨੂੰ ਵੀ ਟਾਈਮ ਲੱਗਦੀ। ਪਾਰਕਿੰਗ ਤਾਂ ਆਲੇ ਦੁਆਲੇ ਲਾਈਨਾਂ ਇੰਨੀਆਂ ਪਿੱਛੇ ਚੱਲ ਜਾਂਦੀਆਂ ਸੜਕਾਂ ਦੀਆਂ, ਵੀ ਜਿਹੜੀ ਲਿੰਕਡ ਮੋਟਰਵੇ ਦੇ ਉਹ ਵੀ ਬਲੌਕ ਹੋ ਜਾਂਦੇ ਆ। ਤਾਂ ਉਹ ਵਜਲੇ ਨਿਊਜ਼ ਟੀਵੀ ਦੇ ਉੱਤੇ ਆਉਂਦੀ ਰਹਿੰਦੀ ਆ। ਸੋ ਇਸ ਜੀ, ਕਰਕੇ ਅਰੇਂਜ ਕਰ ਰਹੇ ਆ ਸਾਡੇ ਜਿੰਨੇ ਵੀ ਸੇਵਾਦਾਰ ਆ, ਕਮੇਟੀਆਂ ਦੇ ਪ੍ਰਬੰਧਕ ਆ, ਵੀ ਹੋ ਸਕੇ ਤਾਂ ਵੱਖ-ਵੱਖ ਤਰ੍ਹਾਂ ਦੇ ਪਾਰਕਿੰਗ ਅਰੇਂਜ ਕਰ ਦਿੱਤੀ ਜਾਵੇ, ਜਿੱਥੋਂ ਕਿ ਸੰਗਤਾਂ ਤੁਰ ਕੇ ਹੂੰ, ਨਤਮਸਤਕ ਹੋ ਸਕਣ। ਜੀ, 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 ਜੀ ਬਿਲਕੁਲ। ਤੇ ਇਸ ਨਾਲ ਹੀ ਜੇ ਆਪਾਂ ਅਗਲੀ ਖਬਰ ਵੱਲ ਵਧੀਏ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਬਰ ਦੀ ਦਰਸ਼ਕਾਂ ਨੂੰ ਬੇਹੱਦ ਜ਼ਰੂਰਤ ਹੁੰਦੀ ਹੈ, ਤੇ ਨਾਲ ਹੀ ਆਪਾਂ ਕਹਿੰਦੇ ਕਿ ਉਹਨਾਂ ਦਾ ਇੰਤਜ਼ਾਰ ਰਹਿੰਦਾ ਹੈ ਇਸ ਖਬਰ ਨੂੰ ਲੈ ਕੇ ਕਿ ਆਖਿਰਕਾਰ ਕਰਨੈਲ ਸਿੰਘ ਜੀ ਇਸ ਵਾਰੀ ਆਸਟ੍ਰੇਲੀਆ ਤੋਂ ਕਿਹੜੀ ਖਬਰ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਗੇ, ਤਾਂ ਕਿ ਸਟੱਡੀ ਵੀਜ਼ਾ ਕਰਨ ਵਾਲੇ ਜਾਂ ਕੰਮਕਾਰ ਦੀ ਭਾਲ ਦੇ ਵਿੱਚ ਜਾਂ ਫਿਰ ਪੱਕੇ ਹੋ ਕੇ ਉੱਧਰ ਜਾਣ ਵਾਲਿਆਂ ਦੇ ਲਈ ਕੋਈ ਸੁਖਾਵੀ ਗੱਲ ਤੁਸੀਂ ਕਿਹੜੀ ਲੈ ਕੇ ਆਏ ਹੋ? ਬਿਲਕੁਲ ਜੀ, ਬਿਲਕੁਲ। ਸਾਨੂੰ ਬੜਾ ਇਸ ਗੱਲ ਦਾ ਮਾਣ ਵੀ ਹੁੰਦਾ, ਪਰ ਇਹ ਜ਼ਿੰਮੇਵਾਰੀ ਵੀ ਬਹੁਤ ਹੋ ਜਾਂਦੀ ਆ। ਤੇ ਅਸੀਂ ਵੀ ਚਾਹੁੰਦੇ ਰਹਿੰਦੇ ਆ ਵੀ ਕੋਈ ਵੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਆ ਗਲੋਬਲ ਪੰਜਾਬ ਤੇ, ਜਿਹਦੇ ਕਿ 1 ਮਿਲੀਅਨ ਤੋਂ ਉੱਪਰ YouTube ਦੇ ਉੱਪਰ ਸਬਸਕ੍ਰਾਈਬਰ ਨੇ। ਧਿਆਨ ਨਾਲ ਜੇ ਦੇਖਿਆ ਜਾਵੇ YouTube ਦੇ ਉੱਤੇ ਵੀ ਤੇ ਟੀਵੀ ਦੇ ਉੱਤੇ ਵੀ, ਮੈਂ ਜਿੰਨੇ ਵੀ ਦੇਖਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਟੀਵੀ ਦੇ ਉੱਤੇ ਤੁਸੀਂ ਲਾ ਕੇ ਦੇਖ ਸਕਦੇ ਆ, ਇਹਦੀਆਂ ਐਪਸ ਵੀ ਹੁੰਦੀਆਂ ਆ। ਸੋ ਅਸੀਂ ਬੜੀ ਮਿਹਨਤ ਦੇ ਨਾਲ ਵੱਖ-ਵੱਖ ਸੋਰਸਾਂ ਤੋਂ ਇਹ ਖਬਰ ਇਕੱਠੀ ਕਰੀਦੀ ਆ। ਹੁਣ ਲਾਸਟ ਵੀਕ ਇਹ ਕਿਹਾ ਸੀ ਨਵਦੀਪ, ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ, ਤੇ ਮੀਡੀਆ ਰਿਲੀਜ਼ ਇਹ ਹੋਇਆ ਵੀ ਬੜੀ ਸ਼ੌਕਿੰਗ ਨਿਊਜ਼ ਆ, ਬਹੁਤ ਜ਼ਿਆਦਾ ਸ਼ਾਰਟ ਹੈਗੀ ਆ ਸਕਿੱਲ ਦੀ, ਹੂੰ, ਬਹੁਤ ਹੂੰ, ਜ਼ਿਆਦਾ ਹੀ। ਹੂੰ, ਤੇ ਪਹਿਲਾਂ ਆਪਾਂ 2 ਲੱਖ ਦੱਸਿਆ ਸੀਗਾ, ਉਹ 2,18,000 ਸੀ। ਹੁਣ ਉਹਨਾਂ ਨੇ ਕਿਹਾ ਵੀ 3,09,000 ਬੰਦਿਆਂ ਦੀ ਇਮੀਡੀਏਟਲੀ ਪ੍ਰਾਇੋਰਟੀ ਲੋੜ ਆ। ਦੇਖੋ ਹੂੰ, ਹੂੰ, ਬਹੁਤ ਜ਼ਿਆਦਾ ਹੀ ਲੋੜ ਆ। ਜੀ, ਤੇ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਗਵਰਨਮੈਂਟ ਨੇ ਇਹ ਕਿਹਾ ਸੌਫਟਵੇਅਰ ਇੰਜੀਨੀਅਰ, ਨਰਸਜ਼, ਟੈਕਨੀਕਲ ਵਰਕਰਜ਼, ਬੈਗ ਹੈਂਡਲਰਜ਼, ਈਵਨ ਸਟੋਰ ਪਰਸਨ ਵੀ, ਬਹੁਤ ਸਾਰੀਆਂ ਨਿੱਕੀਆਂ ਵੀ ਹੈਗੀਆਂ, ਏਜਡ ਕੇਅਰ ਵਾਲੇ, ਚਾਈਲਡ ਕੇਅਰ ਵਾਲੇ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ। ਤੇ ਜੀ, ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਲਾਸਟ ਵੀਕ ਇਹ ਦੱਸਿਆ ਸੀਗਾ ਵੀ ਇੰਨੀ ਸ਼ਾਰਟੇਜ ਆ ਵੀ ਆਫਸ਼ੋਰ ਤੋਂ ਆ, ਜਿੱਦਾਂ ਬਾਹਰੋਂ। ਹੁਣ ਉਹਦੇ ਵਿੱਚ ਇਹ ਤਰਲਾ ਜ਼ਾਹਰ ਕੀਤਾ ਗਿਆ ਕਿ ਲੋਕਲ ਸੰਸਥਾਵਾਂ ਵੱਲੋਂ ਜਿਹੜੇ ਇੱਥੇ ਸਟੂਡੈਂਟ ਹੈਗੇ ਆ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਤੁਸੀਂ ਕਿਉਂ ਨਹੀਂ ਦਿੰਦੇ ਪ੍ਰੈਫਰੈਂਸ, ਸਾਨੂੰ ਕਿਉਂ ਨਹੀਂ ਪੀਆਰ ਦਿੰਦੇ। ਹੁਣ ਕੱਲ ਹੀ ਇਹ ਨਿਊਜ਼ ਆਈ ਆ ਮੇਰੇ ਸਾਹਮਣੇ ਆ, ਉਹਨਾਂ ਨੇ ਇਹ ਕਿਹਾ ਵੀ ਉੱਥੇ ਦੇ ਸਕਿੱਲਸ ਮਿਨਿਸਟਰ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਵੀਜ਼ਾ ਅਗਾਂਹ ਹੋਰ ਵਧਾ ਦਿਆਂਗੇ ਜਿਹੜੇ ਇੱਥੇ ਸਟੂਡੈਂਟ ਹੈਗੇ, ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਸੀ ਹੁੰਦਾ। ਦੇਖੋ ਸਾਡੇ ਉਹ ਦੇਖਣ ਵਾਲੇ ਜਾਣਦੇ ਵੀ ਆ, ਉਹ ਬੱਚੇ ਜਿੰਨੇ ਵੀ ਆ, ਉਹਨਾਂ ਨੇ ਕੁਆਲੀਫਿਕੇਸ਼ਨ ਮੈਚ ਕਰਦੀਆਂ ਹੁੰਦੀਆਂ, ਐਕਸਪੀਰੀਅੰਸ ਨਾ ਹੋਣ ਕਰਕੇ ਉਹਨਾਂ ਨੂੰ ਬਾਹਰ ਜਾ ਕੇ ਦੇਸ਼ ਚੋਂ ਜਿੱਦਾਂ ਵਾਪਸ ਜਾਣਗੇ ਇੰਡੀਆ ਜਾਂ ਪੰਜਾਬ ਜਾਂ ਹੋਰ ਕਿਸੇ ਦੇਸ਼ 'ਚ, ਫੇਰ ਦੁਬਾਰਾ ਆਉਣਗੇ। ਏਦਾਂ ਦੇ ਕਦੀ ਗੇੜ ਪਾਉਣ ਨਾਲੋਂ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਉਹਨਾਂ ਨੂੰ ਵੀਜ਼ਾ ਵਧਾ ਦਿੱਤਾ ਗਿਆ, ਉਸ ਸਟੱਡੀ ਜਿਹੜਾ ਕੋਰਸ ਕਰੂਗਾ ਹੈ ਕਿ 3 ਸਾਲ ਉਹਨਾਂ ਨੂੰ ਹੋਰ ਵਰਕ ਪਰਮਿਟ ਦੇ ਦਿੱਤਾ ਜਾਊਗਾ। ਇਹ ਬਹੁਤ ਚੰਗੀ ਗੱਲ ਹੋਈ ਆ। ਇਹ ਕੈਨੇਡਾ ਦੇ ਵੱਲੋਂ ਲੋਕੀ ਇਸੇ ਕਰਕੇ ਜਾਂਦੇ ਹੁੰਦੇ ਸੀ ਵੀ ਇੱਥੇ ਪੀਆਰ ਨਹੀਂ ਦਿੰਦੇ ਸਟੂਡੈਂਟ ਨੂੰ। ਹੁਣ ਇਹਦਾ ਸਾਲ ਹੋ ਗਿਆ, ਸੋਲਵ ਹੋ ਗਿਆ। ਉਹਨਾਂ ਨੇ ਕਿਹਾ ਵੀ 2 ਤੋਂ 4 ਸਾਲ ਤੱਕ ਗ੍ਰੈਜੂਏਸ਼ਨ ਵਾਲਿਆਂ ਨੂੰ, PhD ਵਾਲਿਆਂ ਨੂੰ 4 ਤੋਂ 5 ਸਾਲ ਹੋਰ ਵਰਕ ਵਧਾ ਦਿੱਤਾ ਜਾਊਗਾ, ਵਰਕ ਵੀਜ਼ਾ। ਸੋ ਇਟ ਮੀਨਸ ਉਹਨਾਂ ਦਾ ਐਕਸਪੀਰੀਅੰਸ ਹੋ ਜਾਊਗਾ ਤੇ ਉਹ ਵੀ ਐਲੀਜੀਬਲ ਹੋ ਜਾਣਗੇ ਪੀਆਰ ਦੇ ਲਈ। ਸੋ ਇਹ ਦੋਨੇ ਗੱਲਾਂ ਐਤਕੀ ਰਲਾ ਮਿਲਾ ਕੇ ਬਹੁਤ ਹੀ ਚੰਗੀ, ਬਹੁਤ ਹੀ ਗੁੱਡ ਨਿਊਜ਼ ਤੁਹਾਨੂੰ ਦੱਸ ਰਹੇ ਹਾਂ। ਵਧੇਰੇ ਜਾਣਕਾਰੀ ਲਈ ਯੂ ਕੈਨ ਫਾਈਂਡ ਦੀ ਲਿੰਕ ਟੂ ਦੀ ਨੈਸ਼ਨਲ ਸਕਿੱਲ ਕਮਿਸ਼ਨ 2022 ਪ੍ਰਾਇੋਰਟੀ ਸਕਿੱਲ ਲਿਸਟ ਆਫ ਇਨ ਡਿਮਾਂਡ। ਇੱਥੇ ਸਾਡੀ ਲਿਸਟ ਪਈ ਆ ਆਕੂਪੇਸ਼ਨ ਦੀ, ਨੈਸ਼ਨਲ ਸਕਿੱਲ ਕਮਿਸ਼ਨ ਦੀ ਸਾਈਟ ਤੇ ਜਾਓ, ਆਪਣੀ ਲਿਸਟ ਚੈੱਕ ਕਰ ਲਓ। ਘੱਟੋ ਘੱਟ ਵੀ ਪਹਿਲਾਂ 153 ਆਕੂਪੇਸ਼ਨ ਹੁੰਦੇ ਸੀ ਨਵਦੀਪ, ਦੇਖੋ ਹੁਣ 153 ਦੀ ਬਜਾਏ 286 ਆਕੂਪੇਸ਼ਨ ਤੁਹਾਨੂੰ ਮਿਲ ਜਾਣਗੇ। ਜਿੱਥੇ ਤੁਹਾਡਾ ਸੂਟ ਲੱਗਦਾ, ਜਿੱਥੇ ਤੁਹਾਡਾ ਦਾ ਲੱਗਦਾ, ਐਕਸਪੀਰੀਅੰਸ ਹੈਗਾ, ਅਪਲਾਈ ਕਰ ਜੀ ਬਿਲਕੁਲ। ਤੇ ਦਰਸ਼ਕਾਂ ਦੇ ਲਈ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਸ ਚੀਜ਼ ਦਾ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਕੋਸ਼ਿਸ਼ ਕਰਦੇ ਹੁੰਦੇ ਆ ਕਿ ਗਰਾਊਂਡ ਪੱਧਰ ਦੀ ਜਾਣਕਾਰੀ ਹੈ ਤੁਹਾਡੇ ਤੱਕ ਲਿਆਂਦੀ ਜਾਵੇ, ਤੁਹਾਨੂੰ ਦੱਸਿਆ ਜਾਵੇ ਕਿ ਕਿਵੇਂ ਤੁਸੀਂ ਸਰਚ ਕਰਨਾ, ਕਿਹੜੀ ਸਾਈਟ ਤੇ ਤੁਸੀਂ ਜਾਣਾ, ਕਿਹੜਾ ਕੋਰਸ ਹੈ ਤੁਹਾਡੇ ਲਈ ਬਿਹਤਰੀਨ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਜਿਹੜਾ ਭਵਿੱਖ ਹੈ ਉਹ ਸੁਹਾਵਣਾ ਬਣਾ ਸਕਦੇ ਹੋ। ਤਾਂ ਕਰਨੈਲ ਸਿੰਘ ਜੀ, ਸਾਡੇ ਲਈ ਇੱਕ ਹੋਰ ਵੀ ਖੁਸ਼ੀ ਦੀ ਖਬਰ ਹੈ ਕਿ ਅਕਸਰ ਤੁਸੀਂ ਕਹਿੰਦੇ ਸੀ ਕਿ ਜਿਹੜਾ ਕੈਨੇਡਾ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਤਾਂ ਕਰਕੇ ਲੋਕ ਨੇ ਜਿਹੜੇ ਉਧਰ ਵੱਧ ਭੱਜਦੇ ਨੇ, ਪਰ
ਪਿਛਲੇ ਸਾਲਾਂ ਦੇ ਦੌਰਾਨ ਜਦੋਂ ਦੇਖਿਆ ਕਿ ਜਦੋਂ ਏਜੰਟਾਂ ਦੇ ਥਰੂ ਬੱਚੇ ਜਾਂਦੇ ਨੇ ਤਾਂ ਕਿਵੇਂ ਫਸ ਜਾਂਦੇ ਨੇ ਉੱਧਰ ਜਾ ਕੇ। ਬਹੁਤ ਸਾਰੇ ਐਸੇ ਕੇਸ ਨੇ ਜਿਹੜੇ ਪਿਛਲੇ ਸਾਲ ਦੇ ਦੌਰਾਨ ਸਾਹਮਣੇ ਆਏ ਕਿ ਬੱਚਿਆਂ ਨੂੰ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਜਾਂ ਕਾਲਜ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਗਿਆ, ਉੱਥੇ ਕਈ ਵਾਰੀ ਉਹ ਕਾਲਜ ਹੀ ਨਹੀਂ ਹੁੰਦੇ, ਜਾਂ ਫਿਰ ਉਹ ਕਾਲਜ ਨੇ ਜਿਹੜੇ ਉਹ ਬੰਦ ਹੋ ਜਾਂਦੇ ਨੇ, ਜਾਂ ਫਿਰ ਉਹਨਾਂ ਦੀ ਰਿਹਾਇਸ਼ ਦਾ ਇੰਤਜ਼ਾਮ ਉੱਥੇ ਕਰ ਦਿੱਤਾ ਜਾਂਦਾ ਜਿੱਥੇ ਉਹਨਾਂ ਦੇ ਲਈ ਕੰਮਕਾਰ ਕਰਨ ਦਾ ਕੋਈ ਸਮਾਂ ਨਹੀਂ ਹੁੰਦਾ, ਜਾਂ ਬਹੁਤ ਰਿਸਕੀ ਏਰੀਆ ਹੁੰਦਾ, ਜਾਂ ਜ਼ਿਆਦਾ ਪਿਛੋਕੜ ਵਾਲਾ ਏਰੀਆ ਹੁੰਦਾ। ਕਿਉਂਕਿ ਬਾਹਰਲੇ ਮੁਲਕਾਂ ਦੀ ਜੋ ਅਸੀਂ ਟੈਲੀਵਿਜ਼ਨ ਤੇ ਜੋ ਗਾਣਿਆਂ ਦੇ ਵਿੱਚ ਦੇਖਦੇ ਹਾਂ, ਫਿਲਮਾਂ ਦੇ ਵਿੱਚ ਦੇਖਦੇ ਹਾਂ, ਜ਼ਰੂਰੀ ਨਹੀਂ ਹੈ ਸਭ ਕੁਝ ਉੱਦਾਂ ਦਾ ਹੀ ਹੋਵੇ, ਉੱਦਾਂ ਦਾ ਵੀ ਹੁੰਦਾ, ਮਿਹਨਤਾਂ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ, ਪਰ ਜਾ ਕੇ ਤਾਂ ਇੱਕ ਵਾਰ ਸਭ ਨੂੰ ਸਟਰਗਲ ਕਰਨਾ ਹੀ ਪੈਂਦਾ ਹੈ। ਸੋ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਫਿਲਮਾਂ ਪਿੱਛੇ ਲੱਗ ਕੇ, ਗੀਤਾਂ ਪਿੱਛੇ ਲੱਗ ਕੇ ਤੇ ਗਾਣਿਆਂ ਪਿੱਛੇ ਲੱਗ ਕੇ ਉੱਥੇ ਨਾ ਜਾਓ। ਇੱਕ ਵਾਰੀ ਪ੍ਰੋਪਰ ਸਭ ਕੁਝ ਚੈੱਕ ਕਰ ਲਿਆ ਕਰੋ, ਕਿਹੜੇ ਕਾਲਜ ਦੇ ਵਿੱਚ ਤੁਸੀਂ ਜਾਣਾ, ਤੁਹਾਡਾ ਕੋਈ ਉੱਥੇ ਨੇੜੇ ਰਹਿੰਦਾ, ਉਹਦੇ ਨਾਲ ਗੱਲਬਾਤ ਕਰਕੇ ਪ੍ਰੋਪਰ ਸਭ ਕੁਝ ਕਰਕੇ ਹੀ ਜਾਣਾ। ਕਿਉਂਕਿ ਜੇ ਅਸੀਂ ਪੰਜਾਬ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ 'ਚ ਵੀ ਜੇ ਅਸੀਂ ਕਿਸੇ ਪਿੰਡ 'ਚੋਂ ਨਿਕਲ ਕੇ ਕਿਸੇ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਤਾਂ ਪਹਿਲਾਂ ਅਸੀਂ ਲੱਭਦੇ ਹਾਂ ਕਿ ਸਾਡੇ ਪਿੰਡ ਦਾ ਕਿਹੜਾ ਬੰਦਾ ਜਿਹੜਾ ਉੱਥੇ ਰਹਿੰਦਾ ਤੇ ਸਾਨੂੰ ਦੱਸ ਦੇਗਾ ਵੀ ਕੋਈ ਕਮਰਾ ਕਿਰਾਏ ਤੇ ਲੈ ਦੇਗਾ, ਕੋਈ ਪੀਜੀ ਕਿਰਾਏ ਤੇ ਲੈ ਦੇਗਾ। ਤੇ ਫਿਰ ਜੇ ਸੱਤ ਸਮੁੰਦਰ ਪਾਰ ਦੀਆਂ ਗੱਲਾਂ ਕਰਦੇ ਹਾਂ ਤਾਂ ਉੱਥੇ ਤਾਂ ਸਾਡਾ ਨੇੜਲਾ ਹੋਣਾ ਬੇਹੱਦ ਜ਼ਰੂਰੀ ਹੈ, ਜਾਂ ਫਿਰ ਸਾਡਾ ਕੋਈ ਮਿੱਤਰ, ਕੋਈ ਰਿਸ਼ਤੇਦਾਰ ਜੋ ਸਾਡੀ ਸਮੇਂ ਸਿਰ ਮਦਦ ਕਰ ਸਕੇ। ਕਿ ਨਹੀਂ ਕਰਨਾ ਸਿੰਘ ਜੀ? ਦੈਟਸ ਇਟ, ਬਿਲਕੁਲ ਸਹੀ ਹੈ ਜੀ। ਜਦੋਂ ਮੈਨੂੰ ਵੀ ਜੌਬ ਮਿਲੀ ਫਗਵਾੜੇ ਤੋਂ ਚੰਡੀਗੜ੍ਹ, ਉੱਥੋਂ ਪਤਾ ਲੱਗਦਾ ਵੀ ਰੋਟੀ ਬਣਾਉਣ ਤੋਂ ਲੈ ਕੇ ਤੇ ਉੱਥੋਂ ਤੱਕ ਰਹਿਣਾ ਕਿੱਦਾਂ ਤੇ ਰਹਿਣ ਦਾ ਕੀ ਅਰੇਂਜਮੈਂਟ ਕਰਨਾ ਪੈਣਾ ਆ। ਸੋ ਇਸੇ ਤਰ੍ਹਾਂ ਦੇ ਉੱਤੇ ਆ ਵੀ ਜਦੋਂ ਤੁਸੀਂ ਤਾਂ ਪਿੰਡ ਤੋਂ ਤਾਂ ਸਪੈਸ਼ਲੀ ਤੁਸੀਂ ਓਵਰਸੀਜ਼ ਜਾ ਰਹੇ ਆ, ਤੁਹਾਨੂੰ ਕਮਿਊਨੀਕੇਸ਼ਨ ਦਾ ਵੀ ਪਤਾ ਨਹੀਂ ਕਿੱਥੋਂ ਕਿਹੜੀ ਚੀਜ਼ ਲੈਣੀ ਆ। ਇਸੇ ਕਰਕੇ ਅਸੀਂ ਦੱਸਦੇ ਰਹਿੰਦੇ ਆ, ਇਹਦੇ ਬਾਰੇ ਵੱਖਰਾ ਪ੍ਰੋਗਰਾਮ ਵੀ ਦੇਵਾਂਗੇ ਵੀ ਹਾਊ ਟੂ ਸੈਟਲ ਡਾਊਨ। ਵੀ ਕਾਰ ਚਲਾਉਣੀ ਬੜੀ ਜ਼ਰੂਰੀ ਹੋਣੀ ਚਾਹੀਦੀ ਆ, ਤੁਹਾਡੇ ਕੋਲ ਆਈਡੀਆ ਹੋਣੀਆਂ ਚਾਹੀਦੀਆਂ, ਕੁਛ ਗੱਲਾਂ ਇੱਦਾਂ ਦੀਆਂ ਸਿੱਖ ਕੇ ਜਾਓ ਵੀ ਜਾਂਦੇ ਕਿਤੇ ਤੁਹਾਨੂੰ ਅਕੋਮੋਡੇਸ਼ਨ ਦੇਖ ਕੇ ਜਾਓ। ਪਰ ਅੱਜ ਕੱਲ੍ਹ ਤਾਂ ਬੜਾ ਫਾਇਦਾ ਵੀ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਫਿਲਮੀ ਦੁਨੀਆ ਜਾਂ ਇੱਦਾਂ ਦੀਆਂ ਗੱਲਾਂ ਤੋਂ ਆਪਾਂ ਬਾਰ-ਬਾਰ ਇਸੇ ਕਰਕੇ ਤੁਹਾਨੂੰ ਬੇਨਤੀ ਕਰਦੇ ਹੁੰਦੇ ਆ ਵੀ ਦੇਖ ਕੇ, ਭਾਵੇਂ ਯੂਰਪ ਜਾਓ, ਭਾਵੇਂ ਇਟਲੀ 'ਚ ਜਾਓ, ਕਿਤੇ ਵੀ ਤੁਸੀਂ ਜਾਓ, ਇੰਗਲੈਂਡ ਜਾਓ, ਜਿੱਥੇ ਤੁਹਾਡੀ ਲੋੜ ਹੈ ਆਕੂਪੇਸ਼ਨ ਦੀ, ਤੁਸੀਂ ਉਸ ਖੁਸ਼ ਆ, ਤੁਸੀਂ ਜਾਓ, ਕੋਈ ਗੱਲ ਨਹੀਂ ਹੈਗੀ। ਇੱਦਾਂ ਦਾ ਇਧਰ ਧੱਕਾ ਨਹੀਂ ਹੁੰਦਾ, ਪਰ ਉਹ ਦੇਖ ਕੇ ਆਲੇ ਦੁਆਲੇ ਚੈੱਕ ਕਰਕੇ, ਡਬਲ ਚੈੱਕ ਕਰਕੇ, ਜ਼ੀਰੋ ਤੇ ਲੈ ਕੇ ਕਿੱਦਾਂ ਸੈਟਲ ਹੋਣਾ, ਫੇਰ ਹੀ ਤੁਹਾਨੂੰ ਅਗਲਾ ਸਟੈਪ ਲੈਣਾ ਚਾਹੀਦਾ। ਜੀ ਬਿਲਕੁਲ। ਤੇ ਉਹੀ ਕਿ ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਹੀ ਸੀ, ਤਾਂ ਖੁਸ਼ੀ ਦੀ ਖਬਰ ਵੀ ਉਹਦੇ ਨਾਲ ਇਹੀ ਸੀ ਕਿ ਹੁਣ ਬੱਚਿਆਂ ਦਾ, ਕੰਮਕਾਰ ਕਰਨ ਵਾਲਿਆਂ ਦਾ, ਨੌਜਵਾਨਾਂ ਦਾ, ਸਾਰਿਆਂ ਦਾ ਰੁਝਾਨ ਆ ਜਿਹੜਾ ਆਸਟ੍ਰੇਲੀਆ ਦੇ ਵੱਲ ਵਧਣਾ ਸ਼ੁਰੂ ਹੋ ਗਿਆ। ਵਧੇ ਵੀ ਕਿਉਂ ਨਾ, ਕਿਉਂਕਿ ਆਸਟ੍ਰੇਲੀਅਨ ਗੌਰਮੈਂਟ ਨੇ ਵੀ ਉਹਨਾਂ ਦੇ ਲਈ ਰਾਹ ਨੇ ਜਿਹੜੇ ਸੁਖਾਲੇ ਕਰ ਦਿੱਤੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਟੂਡੈਂਟ ਹੈ ਉਸ ਦੇ ਵੀ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਨੇ, ਉਹਦੇ ਰਹਿਣ ਦੇ ਲਈ ਵੀ ਸੁੱਖ ਸੁਵਿਧਾਵਾਂ ਹੋ ਗਈਆਂ ਨੇ, ਕੰਮਕਾਜ ਕਰਨ ਵਾਲਿਆਂ ਦੇ ਲਈ ਵੀ ਕੰਮਕਾਰ ਹੋਰ ਵਧਾ ਦਿੱਤੇ ਗਏ ਨੇ। ਤਾਂ ਬਹੁਤ ਸਾਰਾ ਫਾਇਦਾ ਹੈ ਜਿਹੜਾ ਉਹ ਸਟੂਡੈਂਟਸ ਨੂੰ, ਨੌਜਵਾਨਾਂ ਨੂੰ, ਕੰਮਕਾਰ ਕਰਨ ਵਾਲਿਆਂ ਨੂੰ ਉੱਥੇ ਮਿਲਣ ਦੀ ਸੰਭਾਵਨਾ ਹੈ। ਸ਼ਾਇਦ ਇਸੇ ਲਈ ਕਿ ਇਸ ਸਾਲ ਵੇਖਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵੱਲ ਵੀ ਲੋਕਾਂ ਦਾ ਰੁਝਾਨ ਹੈ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ। ਉਹੀ ਤਕੀਦ ਕਰਦੇ ਹੁੰਦੇ ਵੀ ਸਾਰਾ ਤੁਸੀਂ ਡਬਲ ਚੈੱਕ ਕਰਕੇ ਫੇਰ ਹੀ ਅਗਲਾ ਸਟੈਪ ਲਓ। ਜੀ ਬਿਲਕੁਲ। ਤੇ ਧਾਰਮਿਕ ਮਾਮਲਿਆਂ ਦੀ ਗੱਲ ਵੀ ਹੋ ਗਈ ਤੇ ਨਾਲ ਗੱਲ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਜਾਣ ਦੀ ਵੀ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਜਾਣਾ, ਕਿਹੜੀਆਂ ਚੀਜ਼ਾਂ ਨੇ। ਤਾਂ ਹੁਣ ਜੇ ਆਪਾਂ ਗੱਲ ਖੇਡਾਂ ਦੇ ਨਾਲ ਰਿਲੇਟਡ ਲੈ ਲਈ ਜਾਵੇ ਤੇ ਇਸ ਹਫ਼ਤੇ ਦੇ ਦੌਰਾਨ ਖੇਡਾਂ ਦੇ ਵਿੱਚ ਕੀ ਕੁਝ ਖਾਸ ਰਿਹਾ? ਦੇਖੋ, ਸਾਡੇ ਗ੍ਰਿਫਤ ਤੋਂ ਨੇ ਸਰਦਾਰ ਪੁਰਸ਼ੋਤਮ ਸਿੰਘ ਹੋਣੀ, ਉਹਨਾਂ ਦੇ ਪੋਤੇ, ਸਾਡੀ ਆਪਣੀ ਪੰਜਾਬੀ ਕਮਿਊਨਿਟੀ ਕਹਿ ਲਓ, ਸਿੱਖ ਕਹਿ ਲਓ, ਉਹ ਇੱਥੋਂ ਦੇ ਬੋਰਨ ਨੇ ਤੇ ਉਹ ਕਿਕ ਬਾਕਸਿੰਗ ਦੇ ਵਿੱਚ ਤਿੰਨੇ ਜਣੇ, 2 ਜਣਿਆਂ ਨੇ ਗੋਲਡ ਮੈਡਲ ਲਿਆ ਤੇ ਇੱਕ ਨੂੰ ਸੈਕੰਡ ਮਿਲਿਆ। ਤੇ ਇਸ ਕਰਕੇ ਪਹਿਲਾ ਜਿਹੜਾ ਸੀਗਾ ਉਹਦਾ ਨਾਮ ਹੈਗਾ ਅਜਾਇਜ਼ ਸਿਮਰਨ ਸਿੰਘ, ਉਹ ਆਇਆ ਜੀ 15 ਅੰਡਰ 15 ਦੇ ਵਿੱਚ ਗੋਲਡ ਮੈਡਲ ਲਿਆ ਉਹਨੇ। ਤੇ ਦੂਸਰਾ ਅੰਡਰ 13 ਦੇ ਵਿੱਚ ਜੋਸ਼ੂਆ ਸਿੰਘ ਦੂਜੇ ਤੇ ਸਥਾਨ ਤੇ ਆ ਕੇ ਰਹਿ ਕੇ ਉਹਨੇ ਨੈਸ਼ਨਲ ਲੈਵਲ ਤੇ ਆਪਣਾ ਨਾਂ ਚਮਕਾਇਆ। ਸੋ ਇਸੇ ਤਰ੍ਹਾਂ ਤੀਜੇ ਨੰਬਰ ਦੇ ਉੱਤੇ ਅੰਡਰ 10 ਵਾਲੇ ਨੇ, ਉਹਨਾਂ ਦਾ ਨਾਂ ਹੈਗਾ ਜੈਸੀ ਸਿੰਘ ਤੇ ਉਹਨੂੰ ਫੇਰ ਗੋਲਡ ਮੈਡਲ ਉਹਨੂੰ ਪ੍ਰਾਪਤ ਕੀਤਾ। ਇਹ ਬੜੇ ਮਾਣ ਦੀ ਗੱਲ ਆ ਵੀ ਜਦੋਂ ਸਾਡੇ ਆਪਣੀ ਕੌਮ ਦੇ ਬੱਚੇ ਆਪਣੇ ਉਧਰਲੇ ਪਾਸੇ ਨੂੰ ਆਪਣਾ ਧਿਆਨ ਦਿੰਦੇ ਆ। ਸੋ ਇਸੇ ਤਰ੍ਹਾਂ ਸਰ ਗਰੇਵਾਲ ਸਿੰਘ ਹੁਣੀ ਦੌੜ ਲਾਉਂਦੇ ਹੁੰਦੇ ਆ, ਵੱਡੇ ਵੀ ਜਿਹੜੇ ਓਵਰ 50 ਵਾਲੇ ਵੀ, ਤਾਂ ਉਹਨਾਂ ਨੇ ਵੀ ਆਪਣਾ ਰਿਕਾਰਡ ਤੋੜ ਕੇ ਆਪਣਾ ਨਵਾਂ ਰਿਕਾਰਡ ਕਾਇਮ ਕੀਤਾ ਲੰਬੀ ਮੈਰਾਥਨ ਦੇ ਵਿੱਚ 10 ਕਿਲੋਮੀਟਰ ਵਾਲੀ। ਤੇ ਉਹਨਾਂ ਦਾ ਲੜਕਾ ਵੀ ਇਦਾਂ ਹੀ ਗਰੇਵਾਲ, ਉਹ ਵੀ ਇਸੇ ਤਰ੍ਹਾਂ ਹੀ ਉਸੇ ਤਰ੍ਹਾਂ ਦੇ ਆਪਣੇ ਰਿਕਾਰਡ ਤੋੜ ਕੇ ਆਪਣਾ ਨਾਮ ਨਾ ਖੱਟਿਆ। ਤੇ ਹੋਰ ਸਾਰੇ ਪੰਜਾਬੀਆਂ ਨੇ ਵੀ ਐਥਲੈਟਿਕਸ ਦੇ ਵਿੱਚ, ਮੈਰਾਥਨ ਦੇ ਵਿੱਚ ਵੀ ਭਾਗ ਲੈ ਕੇ ਸਾਰੀ ਤਰ੍ਹਾਂ ਦੇ ਉੱਤੇ ਆਪਣੀ ਕੌਮ ਦੀ ਪ੍ਰਤੀਨਿਧਤਾ ਕੀਤੀ। ਜੀ, ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਤੇ ਇਸ ਦੇ ਨਾਲ ਹੀ ਜੇ ਆਪਾਂ ਅਗਲੀ ਖਬਰ ਵੱਲ ਵਧੀਏ ਕਿ
ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਸਾਰੇ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਥਾਂ ਤੇ ਸਮਾਗਮ ਰੱਖੇ ਗਏ, ਕਈ ਜਗ੍ਹਾ ਤੇ ਨਗਰ ਕੀਰਤਨ ਵੀ ਸਜਾਏ ਗਏ। ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਗਿਆ? ਦੇਖੋ, ਇਹ ਗੁਰੂ ਦੀ ਨਵਾਜ਼ਿਸ਼ ਹੈ, ਗੁਰੂ ਦੀ ਗ੍ਰੇਸ ਦੇ ਨਾਲ ਹੀ ਹੈ। ਜਿੱਥੇ ਕਿਤੇ ਵੀ ਪੰਜਾਬੀ ਜਾਂਦੇ ਆਪਾਂ ਕਹਿੰਦੇ ਹੀ ਅੱਗੇ ਵੀ ਉਹ ਆਪਣੇ ਨਿਸ਼ਾਨ ਸਾਹਿਬ ਤੇ ਗੁਰੂ ਘਰਾਂ ਨੂੰ ਉਨੀ ਹੀ ਪਹਿਲ ਦਿੰਦੇ ਹਰੇਕ ਵੀਕਐਂਡ ਦੀ। ਸੋ ਇਸੇ ਤਰ੍ਹਾਂ ਤੇ ਹਰੇਕ ਗੁਰੂ ਘਰ ਦੇ ਵਿੱਚ ਗੁਰਦੁਆਰਾ ਰਿਵਜ਼ੀ ਵੀ, ਗੁਰਦੁਆਰਾ ਕੇਗੀਵਨ, ਮੈਲਬੌਰਨ ਤੇ ਇਸੇ ਤਰ੍ਹਾਂ ਗੁਰਦੁਆਰਾ ਗਲੈਨਵੁੱਡ ਵਿਖੇ ਅਖੰਡ ਪਾਠ ਸਾਹਿਬ ਰੱਖ ਕੇ ਭੋਗ ਪਾਏ ਜਾਂਦੇ ਆ ਤੇ ਸੰਗਤਾਂ ਤਿੰਨੋਂ ਹੀ ਦਿਨ ਸੇਵਾ ਕੀਤੀ ਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਸੁਰੱਤ ਦੇ ਭਲੇ ਲਈ ਜਿੱਦਾਂ ਦਾ ਕਲਾਈਮੇਟ ਜਾਂ ਵਾਤਾਵਰਨ ਚੱਲ ਰਿਹਾ ਆ। ਤੇ ਕੁਛ ਇੱਕ ਸੰਸਥਾਵਾਂ ਨੇ ਜਿੱਥੇ ਜਿੱਥੇ ਫਲੱਡ ਆ ਰਹੇ ਆ ਉੱਥੇ ਜਾ ਕੇ ਵੀ ਸਿੱਖ ਕੌਮ ਨੇ ਸੇਵਾ ਕੀਤੀ। ਜੀ ਬਿਲਕੁਲ। ਸੋ ਇਸ ਦੇ ਨਾਲ ਹੀ ਜੇ ਆਪਾਂ ਅਗਲੀ ਖਬਰ ਵੱਲ ਵਧੀਏ ਕਿ ਸਿੱਖ ਕਕਾਰਾਂ ਨੂੰ ਲੈ ਕੇ ਸਭ ਪੂਰੀ ਦੁਨੀਆ ਜਾਣਦੀ ਹੈ ਕਿ ਸਿੱਖ ਕੌਮ ਕੀ ਹੈ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਆਪਣੇ ਆਪ ਦੀ ਕਿੰਨੀ ਕੁ ਜ਼ਿਆਦਾ ਅਹਿਮੀਅਤ ਹੈ। ਇਹ ਆਪਣੇ ਆਪ ਨੂੰ ਲੈ ਕੇ, ਆਪਣੇ ਗੁਰੂਆਂ ਨੂੰ ਲੈ ਕੇ, ਆਪਣੇ ਸਿੱਖ ਇਤਿਹਾਸ ਨੂੰ ਦੇਖ ਕੇ ਕਿਸ ਤਰੀਕੇ ਦੇ ਨੇ ਜਾਂ ਲੋਕਾਂ ਦੇ ਲਈ ਕਿਸ ਤਰੀਕੇ ਨਾਲ ਮਦਦ ਲਈ ਅੱਗੇ ਆਉਂਦੇ ਨੇ। ਦੁਨੀਆ ਦੇ ਵਿੱਚ ਕਿਤੇ ਵੀ ਭੀੜ ਪੈ ਜਾਵੇ ਤਾਂ ਇਹ ਪਿੱਛੇ ਨਹੀਂ ਹਟਦੇ, ਸਭ ਤੋਂ ਵੱਧ ਮੋਹਰੀ ਹੋ ਕੇ ਇਹ ਆਪ ਨਿਕਲਦੇ ਨੇ। ਉੱਥੇ ਭਾਵੇਂ ਇਹਨਾਂ ਨੂੰ ਕਿਸੇ ਵੀ ਕੁਰਬਾਨੀ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਕਿੰਨੀਆਂ ਹੀ ਕੁਰਬਾਨੀਆਂ ਨੇ ਜੋ ਸਭ ਤੋਂ ਵੱਧ, ਜੇ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ। ਪਰ ਫਿਰ ਵੀ ਸਿੱਖੀ ਕਕਾਰਾਂ ਨੂੰ ਲੈ ਕੇ ਅਕਸਰ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ। ਉਹ ਭਾਵੇਂ ਸ੍ਰੀ ਸਾਹਿਬ ਨੂੰ ਲੈ ਕੇ ਹੋਵੇ, ਉਹ ਭਾਵੇਂ ਕੜੇ ਨੂੰ ਲੈ ਕੇ ਹੋਵੇ। ਤਾਂ ਹੁਣ ਜਿਹੜੀ ਤਾਜ਼ਾ ਘਟਨਾ ਹੈ ਉਹ ਢਕੋਲੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ UGC ਦੇ ਐਗਜ਼ਾਮ ਦੇ ਦੌਰਾਨ ਸਭ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਗਹਿਣੇ ਲਾ ਦਿਓ, ਕੋਈ ਵੀ ਚੀਜ਼ ਐਸੀ ਤੁਹਾਡੇ ਕੋਲੇ ਨਹੀਂ ਹੋਣੀ ਚਾਹੀਦੀ ਤਾਂ ਕਿ ਜਿਹੜੀਆਂ ਚੀਜ਼ਾਂ ਦੀ ਪਾਬੰਦੀ ਹੈ। ਤਾਂ ਉੱਥੇ ਇੱਕ ਬੱਚੀ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕੜਾ ਉਤਾਰੋ, ਅਦਰਵਾਈਜ਼ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕਦੇ। ਤਾਂ ਜਿਸ ਦੇ ਨਾਲ ਹੰਗਾਮਾ ਹੋ ਗਿਆ। ਤਾਂ ਉਹਨਾਂ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਅਸੀਂ ਕੜਾ ਨਹੀਂ ਉਤਾਰਾਂਗੇ, ਪੇਪਰ ਭਾਵੇਂ ਸਾਡਾ ਰੱਦ ਹੋ ਜਾਵੇ। ਕਿਉਂਕਿ ਮੇਰਾ ਇਸ ਖਬਰ ਨੂੰ ਲੈਣ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਹੀ ਜਦੋਂ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ ਹੋਏਗੀ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਕਿਸ ਤਰੀਕੇ ਦਾ ਸੰਘਰਸ਼ ਹੈ ਜਿਹੜਾ ਉਹ ਵਿੱਢ ਸਕਦੇ ਹਾਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਟੋਟਲੀ ਡਿਸਕ੍ਰਿਮੀਨੇਸ਼ਨ ਹੀ ਆ, ਕਿਉਂਕਿ ਤੁਹਾਡੇ ਇੱਥੇ ਇੰਡੀਆ ਦੇ ਵਿੱਚ ਹਾਲੇ ਤੱਕ ਇਹ ਜਾਤ ਪਾਤ ਦਾ ਫਰਕ, ਧਰਮਾਂ ਦਾ ਫਰਕ, ਜੇ ਕੜਾ ਪਾ ਲਿਆ ਤਾਂ ਉਹਨਾਂ ਨੂੰ ਬਿਲਕੁਲ ਟਾਰਗੇਟ ਕਰਨਾ, ਘੱਟ ਗਿਣਤੀਆਂ ਨੂੰ ਟਾਰਗੇਟ ਕਰਨਾ, ਟੋਟਲੀ ਹਾਲੇ ਵੀ ਡਿਸਕ੍ਰਿਮੀਨੇਸ਼ਨ ਆ। ਜਦੋਂ ਵੀ ਆਪਾਂ ਗੱਲ ਕਰਦੇ ਇਸੇ ਕਰਕੇ ਕਹਿੰਦੇ ਆ ਵੀ ਇਹ ਡਿਕਟੇਟਰਸ਼ਿਪ ਹੀ ਹੈ, ਇੱਕ ਕਿਸਮ ਦੀ ਡੈਮੋਕ੍ਰੇਸੀ ਕਹਿ ਦਿੰਦੇ ਆ ਕਿ ਹੈ ਨਹੀਂ ਕੋਈ ਇਦਾਂ ਦੀ ਗੱਲ ਦੇਖਣ ਦੇ ਵਿੱਚ। ਜੇ ਨਿਰੀਖਣ ਬਾਹਰੀਆਂ ਸੰਸਥਾਵਾਂ ਤੋਂ ਕਰਾਇਆ ਜਾਵੇ, UN ਤਾਂ ਹੋਰ ਦੇਸ਼ ਚ, ਤਾਂ ਇਹ ਸਪਸ਼ਟ ਪਤਾ ਲੱਗ ਜਾਊਗਾ। ਸੋ ਇਹਦੇ ਨਾਲ ਦੀ ਆਪਾਂ ਜੇ ਦੁਨੀਆ ਦਾ ਅੱਜ ਕੱਲ੍ਹ ਦੇਖਿਆ ਜਾਵੇ ਨਿਊਜ਼ ਦੇ ਉੱਤੇ, ਤਾਂ ਸਿੱਖਾਂ ਨੂੰ ਇੱਥੇ ਉਹਨਾਂ ਦੇ 5 ਕਕਾਰ ਪਹਿਨ ਕੇ ਆਸਟ੍ਰੇਲੀਅਨ ਆਰਮੀ ਦੇ ਵਿੱਚ, ਆਸਟ੍ਰੇਲੀਅਨ ਡਿਫੈਂਸ ਫੋਰਸਾਂ ਨੇ ਪ੍ਰਾਇਓਰਟੀ ਦਿੱਤੀ ਆ ਤੇ ਗੁਰਦੁਆਰਿਆਂ ਦੇ ਵਿੱਚ ਸੈਮੀਨਾਰ ਕਰਾਏ ਗਏ ਆ, ਕੈਂਬਰੀ ਵੀ ਹੋਇਆ ਤੇ ਇਸੇ ਤਰ੍ਹਾਂ ਸਪ੍ਰਿੰਗਫੀਲਡ ਗੁਰਦੁਆਰਾ ਪਰਥ ਦੇ ਵਿੱਚ ਵੀ ਸੈਮੀਨਾਰ ਹੋਣਾ। ਉਹ ਆਪ ਆਉਂਦੇ ਆ ਬੇਨਤੀ ਕਰਨ, ਗਰਾਊਂਡਾਂ 'ਚ ਵੀ ਪਹਿਲਾਂ ਆਉਂਦੇ ਰਹੇ, ਪੁਲਿਸ ਦੇ ਲਈ ਵੀ ਆਉਂਦੇ, ਐਂਬੂਲੈਂਸ ਦੀ ਭਰਤੀ ਲਈ ਵੀ ਆਉਂਦੇ ਆ ਵੀ ਇਹ ਬੰਦੇ ਦਾ ਜਿਹੜਾ ਰੈਫਰੈਂਸ ਆ ਦੁਨੀਆ ਭਰ ਤੇ ਜੇ ਹਿਸਟਰੀ ਦੇਖੀ ਜਾਵੇ ਤਾਂ ਇਹ ਜੁਝਾਰੂ ਨੇ, ਇਹ ਮਿਹਨਤੀ ਨੇ। ਤੁਹਾਨੂੰ ਪਤਾ ਹੀ ਆ ਕਿਉਂ ਜਾ ਰਿਹਾ ਬਾਹਰ, ਕਿਉਂਕਿ ਗੌਰਮੈਂਟ ਇਹਨਾਂ ਨੂੰ ਗਲਵੱਕੜੀ ਚ ਲੈਂਦੀਆਂ। ਇਹ ਮਿਹਨਤੀ ਹੈਗੇ ਆ, ਬੱਚੇ ਵੀ ਇਹਨਾਂ ਦਾ ਯੂਥ ਵੀ ਆ, ਉਹ ਵੀ ਮਿਹਨਤ ਕਰਦੇ ਆ ਸਟੱਡੀ ਕਰਕੇ। ਦੇਖੋ, ਨਾਲ ਸਟੱਡੀ ਤੇ ਹਾਰਡ ਸਟੱਡੀ ਅਸੀਂ ਉਹਨੂੰ ਕਹਿ ਦਿੰਦੇ ਆ, ਜਦੋਂ ਨਾਲ ਕੰਮ ਵੀ ਕਰਨਾ ਤੇ ਉਹ ਸੈਟਲ ਹੁੰਦੇ ਆ ਔਰ ਚੰਗੀਆਂ ਜੌਬਾਂ ਤੇ ਪਹੁੰਚਦੇ ਆ। ਕੋਈ ਕਹਿੰਦੇ ਵੀ ਸ਼ਾਇਦ ਉਹ ਟਰੱਕ ਹੀ ਚਲਾਉਂਦੇ ਹੋਣਗੇ, ਏਦਾਂ ਨਹੀਂ। ਬਹੁਤ ਸਾਰੀਆਂ ਟਰੈਵਲ ਸ਼ੂਟਿੰਗ ਜਾਂ IT ਦੀਆਂ ਜੌਬਸ ਦੇ ਉੱਤੇ ਏਦਾਂ ਦੇ ਸਿੱਖ ਬੈਠੇ ਆ ਜਾਂ ਪੰਜਾਬੀ ਉੱਥੇ ਏਦਾਂ ਦੇ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਆ ਕਿ ਬਹੁਤ ਸਾਰੀ ਬੈਂਕਿੰਗ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਹੱਥ 'ਚ ਆਉਂਦੀਆਂ। ਸੋ ਉਹਨਾਂ ਨੇ ਇਮਾਨਦਾਰੀਆਂ ਦੇਖੀਆਂ ਆ, ਕਿਤੇ ਕੇਸ ਕੋਈ ਏਦਾਂ ਦਾ ਆ ਵੀ ਜਾਂਦਾ ਹੋਊਗਾ। ਇਸ ਕਰਕੇ ਅਸੀਂ ਸਾਰਿਆਂ ਨੂੰ ਦੱਸ ਦਈਏ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਖੁੱਲ੍ਹੇਆਮ, ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਇਹ ਫੈਸਲਾ ਲਿਆ ਕਿ ਸਿੱਖਾਂ ਦੀ ਇੱਕ ਪੂਰੀ ਪਲਾਟੂਨ ਦੀ ਭਰਤੀ ਕੀਤੀ ਜਾਊਗੀ। ਜੀ ਇਹ ਖਬਰ ਦੇਖੋ, ਇਹ ਦੇਖਣਾ ਚਾਹੀਦਾ, ਦੁਨੀਆ ਦੇ ਉੱਤੇ ਅੱਖਾਂ ਖੋਲਣੀਆਂ ਚਾਹੀਦੀਆਂ ਭਾਰਤੀ ਸਰਕਾਰਾਂ ਦੀਆਂ ਏਦਾਂ ਦੀਆਂ, ਜਾਂ ਉੱਥੇ ਦੇ ਜਿਹੜੇ ਉਹਨਾਂ ਦੇ ਕਰਿੰਦੇ ਆ। ਮੈਂ ਨਹੀਂ ਕਹਿੰਦਾ ਸਰਕਾਰ ਨੂੰ ਦੇਸ਼ ਹੋਣਗੇ ਜਾਂ ਕਿੱਦਾਂ ਹੋਣਗੇ, ਵੀ ਜਿਹੜੀ ਉਹਨਾਂ ਦੀ ਤੰਗ ਸੋਚਣੀ ਆ ਉਹਨਾਂ ਦੇ ਕਰਿੰਦਿਆਂ ਦੀ, ਉਹਨਾਂ ਦੇ ਅਫੀਸਰਾਂ ਦੀ, ਵੀ ਉਹ ਕਿਉਂ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਜਾਂ ਏਦਾਂ ਦਾ ਪੱਖਪਾਤ ਕਰਦੇ ਆ, ਜਦ ਕਿ ਦੁਨੀਆ ਦੇ ਉੱਤੇ ਇਹ ਗੱਲ ਬਿਲਕੁਲ ਹੈ ਨਹੀਂ। ਇਹ ਕੁਆਲਿਟੀਜ਼ ਵਾਲੀਆਂ ਦੇਖੀ ਜਾਂਦੀਆਂ ਵੀ ਉਹਨਾਂ ਨੂੰ ਆਰਮੀ ਦੇ ਵਿੱਚ ਮੋਹਰੇ ਚੰਗੇ ਅਹੁਦਿਆਂ ਦੇ ਵਿੱਚ, 에ਅਰ ਫੋਰਸ ਦੇ ਵਿੱਚ ਵੀ ਸਾਰੇ ਕਿਤੇ ਤੁਸੀਂ ਦੇਖ ਸਕਦੇ ਆ ਕਿ 5 ਕਕਾਰੀ ਧਾਰੀ ਪੱਗਾਂ ਸਮੇਤ ਉਹ ਜੌਬਾਂ ਨੂੰ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ।
ਜੀ ਜੀ ਬਿਲਕੁਲ। ਤਾਂ ਉਹੀ ਗੱਲ ਕਿ ਮੈਂ ਵਾਰ-ਵਾਰ ਕਹਾਂਗੀ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਹਰਲੇ ਮੁਲਕ ਸਾਨੂੰ ਕਿੰਨੀ ਜ਼ਿਆਦਾ ਅਹਿਮੀਅਤ ਦਿੰਦੇ ਨੇ। ਸਿੱਖੀ ਸਰੂਪ ਦੇ ਵਿੱਚ ਜੋ ਸਜਦਾ ਉਹਨਾਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਕਿਸ ਤਰੀਕੇ ਦੇ ਨਾਲ ਅਹਿਮੀਅਤ ਦਿੱਤੀ ਜਾ ਰਹੀ ਹੈ। ਪਰ ਉਹ ਵੀ ਤਾਂ ਪੋਸੀਬਲ ਹੋ ਪਾਇਆ ਕਿਉਂਕਿ ਸਾਡੇ ਵੱਡ ਵਡੇਰੇ, ਸਾਡੇ ਵੱਡੇ ਬਜ਼ੁਰਗ ਨੇ ਜਿਹੜੇ, ਜਿਨ੍ਹਾਂ ਨੇ ਵੱਡੇ ਵੱਡੇ ਵਿਸ਼ਵ ਯੁੱਧਾਂ ਦੇ ਵਿੱਚ ਭਾਗ ਲਿਆ, ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਦੁਨੀਆ ਜਿੱਤ ਸਕਦੇ ਹਾਂ। ਕਿਵੇਂ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਗਏ, ਉੱਥੋਂ ਦੀਆਂ ਸਰਕਾਰਾਂ ਤੱਕ ਆਪਣੀ ਪਹੁੰਚ ਕੀਤੀ ਤੇ ਦੱਸਿਆ ਕਿ ਅਸੀਂ ਸਿੱਖ ਕੌਮ ਆ, ਸਾਡੀ ਅਹਿਮੀਅਤ ਕੀ ਹੈ, ਸਾਡੇ ਕਕਾਰ ਕੀ ਨੇ, ਸਾਡੇ ਸਿਧਾਂਤ ਕੀ ਨੇ, ਗੁਰੂਆਂ ਨੇ ਸਾਨੂੰ ਕੀ ਬਲ ਬਖਸ਼ਿਆ, ਗੁਰੂਆਂ ਨੇ ਸਾਨੂੰ ਕੀ ਕੁਝ ਸਿਖਾਇਆ। ਉਹ ਕੁਝ ਅਸੀਂ ਸਾਰੇ ਸਰਕਾਰਾਂ ਨੂੰ, ਬਾਕੀ ਸਾਰੀਆਂ ਸਰਕਾਰਾਂ ਨੂੰ ਸਮਝਾ ਰਹੇ ਹਾਂ ਤਾਂ ਉਹ ਸਰਕਾਰਾਂ ਸਮਝ ਵੀ ਰਹੀਆਂ ਨੇ। ਤਾਂ ਉਹੀ ਕਾਰਨ ਹੈ ਕਿ ਅੱਜ ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਇੰਗਲੈਂਡ ਹੋਵੇ, ਜਿਹੜਾ ਮਰਜ਼ੀ ਦੇਸ਼ ਹੋਵੇ, ਉੱਥੇ ਹਰੇਕ ਡਿਪਾਰਟਮੈਂਟ ਦੇ ਵਿੱਚ ਸਾਡੇ ਸਿੱਖ ਕੌਮ ਦੇ ਜਿਹੜੇ ਵੀ ਵਾਰਿਸ ਨੇ ਉਹ ਸਾਰੇ ਉੱਥੇ ਕੰਮ ਕਰ ਰਹੇ ਨੇ, ਆਪਣੀਆਂ ਡਿਊਟੀਆਂ ਨੂੰ ਕਕਾਰਾਂ ਸਮੇਤ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਪਰ ਪੰਜਾਬ ਦੇ ਵਿੱਚੋਂ ਜਦੋਂ ਭਾਰਤ ਦੇ ਵਿੱਚੋਂ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਵਾਕਿਆ ਹੀ ਹਿਰਦੇ ਵਲੂੰਧਰੇ ਜਾਂਦੇ ਨੇ ਕਿ ਸਾਡੇ ਹੀ ਇੱਥੇ ਜੋ ਇੱਕ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਅਜਿਹੀ ਖਬਰ ਦਾ ਆਉਣਾ ਬੇਹੱਦ ਹੀ ਮੰਦਭਾਗਾ ਸ਼ਬਦ ਕਵਾਂਗੇ ਆਪਾਂ ਜਿਹਨੂੰ, ਕਿਉਂਕਿ ਜਿੱਥੇ ਇਹਨਾਂ ਚੀਜ਼ਾਂ ਦੀ ਸਭ ਤੋਂ ਵੱਧ ਵੈਲਿਊ ਹੈ, ਸਭ ਤੋਂ ਵੱਧ ਪਤਾ ਹੈ, ਕਿਸੇ ਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਆਖਿਰਕਾਰ ਸਿੱਖ ਕੌਮ ਦੇ ਲਈ ਇਹਨਾਂ ਕਕਾਰਾਂ ਦੀ ਕੀ ਅਹਿਮੀਅਤ ਹੁੰਦੀ ਹੈ। ਪਰ ਜਦੋਂ ਇੱਥੇ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ। ਅਸੀਂ ਅਪੀਲ ਕਰਦੇ ਹਾਂ SGPC ਨੂੰ, ਅਸੀਂ ਅਪੀਲ ਕਰਦੇ ਹਾਂ ਜਥੇਦਾਰ ਸਾਹਿਬ ਨੂੰ ਕਿ ਕਿਰਪਾ ਕਰਕੇ ਅਜਿਹੀਆਂ ਘਟਨਾਵਾਂ ਜੋ ਵਾਰ-ਵਾਰ ਹੁੰਦੀਆਂ ਨੇ, ਬੱਚਿਆਂ ਨੂੰ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ, ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਹੁੰਦਾ, ਕਿੰਨਾ ਟਾਈਮ ਹੁੰਦਾ ਜੋ ਬਾਹਰ ਵੇਸਟ ਹੋ ਜਾਂਦਾ। ਉਹ ਬੱਚੇ 1 ਸਾਲ ਦੇ ਲਈ ਉਹਨਾਂ ਦਾ ਸਭ ਕੁਝ ਜੋ ਦਾਅ ਤੇ ਲੱਗਿਆ ਹੁੰਦਾ ਉਹ ਖਤਮ ਹੋ ਜਾਂਦਾ। ਤਾਂ ਬੱਚਿਆਂ ਦੇ ਨਾਲ, ਸਿੱਖ ਕੌਮ ਦੇ ਬੱਚਿਆਂ ਦੇ ਨਾਲ ਇਹ ਕੁਝ ਨਾ ਵਾਪਰੇ, ਅਜਿਹੀਆਂ ਘਟਨਾਵਾਂ ਕਰਕੇ ਉਹਨਾਂ ਦਾ ਮਾਈਂਡ ਡਿਸਟਰਬ ਨਾ ਕੀਤਾ ਜਾਵੇ, ਪ੍ਰੋਪਰ ਪੜ੍ਹਾਈ ਵੱਲੋਂ ਧਿਆਨ ਦੇ ਸਕਣ। ਤਾਂ ਕਿਰਪਾ ਕਰਕੇ ਕੁਛ ਨਾ ਕੁਛ ਅਜਿਹੀ ਗੱਲ ਕੀਤੀ ਜਾਵੇ, ਅਜਿਹੀਆਂ ਅਪੀਲਾਂ ਕੀਤੀਆਂ ਜਾਣ, ਜਿਨ੍ਹਾਂ ਨਾਲ ਵੀ ਮੀਟਿੰਗਾਂ ਕਰਨੀਆਂ ਬਣਦੀਆਂ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣ ਤਾਂ ਕਿ ਸਿੱਖ ਕੌਮ ਦੇ ਬੱਚਿਆਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਦੁਬਾਰਾ ਤੋਂ ਸਾਹਮਣਾ ਨਾ ਕਰਨਾ ਪਵੇ। ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜਿੱਥੇ ਤੁਸੀਂ ਇਹ ਗੱਲ ਕਹੀ ਆ, ਅਸੀਂ ਬਾਹਰੋਂ ਵੀ ਜਿੰਨੇ NRIs ਦਾ ਹੋਰ ਸੰਸਥਾਵਾਂ ਵੀ ਆ ਬਾਰ-ਬਾਰ ਇਹ ਤਕੀਦ ਕਰਦੇ ਰਹਿੰਦੇ ਆ ਵੀ ਇਦਾਂ ਦੀਆਂ ਘਟਨਾਵਾਂ ਡਿਊ ਟੂ ਸੋ ਮੈਨੀ ਇਦਾਂ ਦੇ ਕੌਰ ਜਿਹੜੇ ਐਕਟ ਹੁੰਦੇ ਪਏ ਆ। ਇਸੇ ਕਰਕੇ ਅਸੀਂ ਹੋਮ ਕੰਟਰੀ ਦੇ ਵਿੱਚੋਂ ਆਪਣੀ ਯੰਗ ਜਨਰੇਸ਼ਨ ਨੂੰ, ਯੂਥ ਨੂੰ ਤੋੜ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੇਜਣ ਜਾ ਰਹੇ ਆ। ਇੱਕ ਤਾਂ ਬੇਰੁਜ਼ਗਾਰੀ ਹੈ, ਹੋਰ ਸਾਰੀਆਂ ਪ੍ਰੋਬਲਮਸ ਵੀ ਆ, ਓਵਰ ਕੁਆਲੀਫਾਈਡ ਹੋ ਜਾਂਦੇ, ਉਹਨਾਂ ਨੂੰ ਵਿਚਾਰਿਆਂ ਨੂੰ ਚਪੜਾਸੀ ਤੱਕ ਦੀ ਨੌਕਰੀ ਨਹੀਂ ਮਿਲਦੀ। ਤਾਂ ਤੁਸੀਂ ਉਹ ਪ੍ਰੋਵਾਈਡ ਤਾਂ ਕਰਵਾ ਨਹੀਂ ਸਕਦੇ ਤੇ ਉਲਟਾ ਤੁਸੀਂ ਉਹਨਾਂ ਨਾਲ ਧੱਕਾ ਕਰ ਰਹੇ ਆ। ਜਿਹੜੇ ਕਿ ਉਹਨਾਂ ਦੇ ਰਿਲੀਜੀਅਸ ਫੇਥ ਨੇ ਜਾਂ ਉਹਨਾਂ ਦੇ ਸਿੰਬਲ ਨੇ ਰਿਲੀਜੀਅਸ, ਉਹ ਵੀ ਤੁਸੀਂ ਉਹਨਾਂ ਨੂੰ ਪਹਿਨਣ ਨਹੀਂ ਦਿੰਦੇ। ਸੋ ਇਸ ਕਰਕੇ ਬੇਨਤੀ ਆ। ਪਰ ਇਹਦੇ ਨਾਲ ਮੈਂ ਨਵਦੀਪ ਇੱਕ ਹੋਰ ਬੇਨਤੀ ਕਰਨੀ ਸੀ ਵੀ ਤੁਹਾਡੀਆਂ ਇੱਥੋਂ ਦੀਆਂ, ਮੈਂ ਕਿਸੇ ਨੂੰ ਵੀ ਬੇਨਤੀ ਕਰਦਾ ਆਪਣੇ ਗਲੋਬਲ ਪੰਜਾਬ ਦੇ ਥਰੂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਕਾਲ ਤਖਤ ਨੂੰ ਵੀ, ਉਹਨਾਂ ਦੇ ਜਥੇਦਾਰ ਨੂੰ ਵੀ, ਉਹਨਾਂ ਨੂੰ ਵੀ ਚਾਹੀਦਾ ਵੀ ਜਿੱਥੇ ਵੀ ਸਿੱਖਾਂ ਨੂੰ ਪ੍ਰੈਫਰੈਂਸ ਨੂੰ ਪਹਿਲ ਦਿੰਦੇ ਆ ਗਵਰਨਮੈਂਟਾਂ ਨੂੰ, ਜਿੱਦਾਂ ਆਸਟ੍ਰੇਲੀਅਨ ਡਿਫੈਂਸ ਫੋਰਸ ਆ ਜਾਂ ਆਸਟ੍ਰੇਲੀਅਨ ਗਵਰਨਮੈਂਟ ਆ, ਇਹਨਾਂ ਦਾ ਧੰਨਵਾਦ ਵੀ ਜ਼ਰੂਰ ਕਰ ਦੇਣਾ ਚਾਹੀਦਾ ਕਿ ਤੁਸੀਂ ਸਿੱਖਾਂ ਨੂੰ ਚੰਗੇ ਸਮਝਦੇ ਹੋਏ, ਇਹਨਾਂ ਨੂੰ ਯੋਗ ਸਮਝਦੇ ਹੋਏ ਆਪਣੀਆਂ ਫੌਜ ਦੇ ਵਿੱਚ ਜਾਂ ਸਿੱਖ ਪਲਾਟੂਨ ਵਰਗੀਆਂ ਭਰਤੀਆਂ ਕਰਨ ਵਾਸਤੇ ਪ੍ਰੈਫਰੈਂਸ ਦਿੰਦੇ ਹੋ। ਅਸੀਂ ਤੁਹਾਡੇ ਬਹੁਤ ਧੰਨਵਾਦੀ। ਮੈਂ ਆਸਟ੍ਰੇਲੀਅਨ ਗਵਰਨਮੈਂਟ ਦਾ, ਆਸਟ੍ਰੇਲੀਅਨ ਡਿਫੈਂਸ ਫੋਰਸ ਦਾ, ਗਲੋਬਲ ਪੰਜਾਬ ਵੱਲੋਂ ਵੀ, ਲੋਕਲ ਸਾਰੇ ਨੈਸ਼ਨਲ ਸਿੱਖਾਂ ਵੱਲੋਂ, ਗੁਰਦੁਆਰਾ ਵੱਲੋਂ ਵੀ, ਸਾਰਿਆਂ ਅਸੀਂ ਫਿਰ ਉਹਨਾਂ ਦੇ ਧੰਨਵਾਦੀ ਹਾਂ। ਜੀ ਬਿਲਕੁਲ। ਤੇ ਕਰਨੈਲ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੀਆਂ ਹੀ ਖਬਰਾਂ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਬਹੁਤ ਕੁਝ ਹੈ ਜਿਹੜਾ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ, ਕੋਸ਼ਿਸ਼ ਕਰਦੇ ਹੁੰਦੇ ਆ ਜਿਹੜੇ ਕਮੈਂਟਸ ਦੇ ਜ਼ਰੀਏ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ, ਉਹ ਭਾਵੇਂ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਹੋਵੇ ਜਾਂ ਫਿਰ ਕਿਸੇ ਹੋਰ ਮਸਲੇ ਨੂੰ ਲੈ ਕੇ ਹੋਵੇ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਜਵਾਬ ਤੁਹਾਨੂੰ ਸਮਾਂ ਰਹਿੰਦੇ ਦਿੱਤੇ ਜਾਣ। ਤੁਹਾਡੇ ਹੋਰ ਵੀ ਕੋਈ ਸਵਾਲ ਹੁੰਦੇ ਨੇ ਤਾਂ ਕਿਰਪਾ ਕਰਕੇ ਤੁਸੀਂ ਸਾਨੂੰ ਫੇਸਬੁੱਕ ਤੇ YouTube ਦੇ ਜ਼ਰੀਏ ਜ਼ਰੂਰ ਭੇਜਿਆ ਕਰੋ, ਕਿਉਂਕਿ ਟੈਲੀਵਿਜ਼ਨ ਦੇ ਨਾਲ ਇਸ ਪ੍ਰੋਗਰਾਮ ਨੂੰ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਅਤੇ ਨਾਲ ਦੀ ਨਾਲ YouTube ਤੇ ਵੀ ਉੱਥੇ ਅਪਲੋਡ ਕੀਤਾ ਜਾਂਦਾ ਹੈ ਤੇ ਤੁਸੀਂ ਉੱਥੇ ਸਰਚ ਕਰਕੇ ਸਾਨੂੰ ਆਪਣੇ ਸੁਨੇਹੇ ਜਿਹੜੇ ਉਹ ਭੇਜ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਮਿਲਾਂਗੇ ਆਪਾਂ ਅਗਲੇ ਹਫ਼ਤੇ ਫਿਰ ਤੋਂ ਸਾਡੀ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।